ਮਾਂ ਪਿਓ ਨੂੰ ਦੋ ਗੱਲਾਂ ਮਿਕਸ ਨਹੀਂ ਕਰਨੀਆਂ ਚਾਹੀਦੀਆਂ। ਇਹ ਨਹੀਂ ਵੀ ਇੱਕ ਪਾਸੇ ਤਾਂ ਤੁਸੀਂ ਬੱਚੇ ਦਾ ਵਿਆਹ ਵੀ ਸੈੱਟ ਕਰ ਲਿਆ, ਦੂਜੇ ਪਾਸੇ ਤੁਸੀਂ ਸੋਚ ਰਹੇ ਹੋ ਬੱਚੇ ਦਾ ਫਿਊਚਰ ਵੀ ਸੈੱਟ ਹੋ। ਦੋ ਕੰਮ ਇਕੱਠੇ ਨਹੀਂ ਹੋਇਆ ਕਰਦੇ। ਲਾਲਚ ਨਹੀਂ ਕਰਨਾ ਚਾਹੀਦਾ। ਵਿਆਹ ਇੱਕ ਅੱਡ ਚੀਜ਼ ਹੈ, ਉਹਨੂੰ ਅੱਡ ਹੀ ਰਹਿਣ ਦਿਓ। ਜਿਹੜਾ ਬੱਚੇ ਦਾ ਕਰੀਅਰ ਹੈ ਉਹਨੂੰ ਬੱਚੇ ਦੇ ਆਪਦੇ ਪੈਰਾਂ 'ਤੇ ਖੜਾ ਹੋਣਾ ਚਾਹੀਦਾ। ਦੂਜੇ ਦੇ ਸਹਾਰੇ ਤਾਂ ਫਿਰ ਇਹੋ ਜਿਹੇ ਕੰਮ ਹੀ ਹੁੰਦੇ। ਮੈਂ ਸਾਰੇ ਜਵਾਨ ਬੱਚਿਆਂ ਨੂੰ ਇਹ ਗੱਲ ਕਹਿੰਦੀ ਹਾਂ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਕਿ ਕਿਸੇ ਦੇ ਵਿੱਚ ਵੀ ਨਾ ਤਾਂ ਦਿਮਾਗ ਘੱਟ ਹੁੰਦਾ, ਉਹੀ 200 ਗ੍ਰਾਮ ਦੇ ਕਰੀਬ ਹੁੰਦਾ, ਸਾਰਿਆਂ 'ਚ ਉਨਾ ਹੀ ਹੁੰਦਾ। ਅਤੇ ਗੱਲ ਸਿਰਫ ਇੰਨੀ ਹੈ ਵੀ ਕੋਈ ਘਸਾਉਂਦਾ ਅਤੇ ਕੋਈ ਨਹੀਂ ਘਸਾਉਂਦਾ, ਅਤੇ ਮਿਹਨਤ ਕੋਈ ਕਰਦਾ ਅਤੇ ਕੋਈ ਨਹੀਂ ਕਰਦਾ। ਬੇਟੇ ਜਾਂ ਤਾਂ ਫਿਰ ਕਿਸੇ ਤੋਂ ਇੰਸਪਾਇਰ ਨਾ ਹੋਵੋ। ਜੇ ਤੁਹਾਨੂੰ ਦੇਖ ਕੇ ਲੱਗਦਾ ਵੀ ਉਹ ਬੰਦੇ ਨੇ ਆਹ ਤਰੱਕੀ ਕਰ ਲਈ, ਉਹ ਬੰਦੇ ਨੇ ਆਹ ਕਰ ਲਿਆ, ਅਤੇ ਫਿਰ ਤੁਹਾਨੂੰ ਵੀ ਰੱਬ ਨੇ ਦੋ ਅੱਖਾਂ, ਦੋ ਹੱਥ, ਦੋ ਪੈਰ ਦਿੱਤੇ ਹੈ ਔਰ ਸੁੱਖ ਨਾਲ ਬਹੁਤ ਹੀ ਹੈਲਦੀ ਆਪਾਂ ਸਾਰਿਆਂ ਨੂੰ ਸਰੀਰ ਮਿਲਿਆ, ਜਿਹੜੀ ਸਭ ਤੋਂ ਵੱਡੀ ਦੇਣ ਹੈ ਪਰਮਾਤਮਾ ਦੀ। ਜਦੋਂ ਕੁਝ ਵੀ ਕਰ ਸਕਦੀ ਹੈ ਮੈਨੂੰ ਕਹਿੰਦੇ ਸੀ ਤਾਂ ਮੈਨੂੰ ਇੱਕ ਚੈਲੰਜ ਲੱਗਦਾ ਸੀਗਾ। ਘਰ ਦੇ ਵਿੱਚ ਹੌਸਲਾ ਹੱਲਾਸ਼ੇਰੀ ਇੰਨੀ ਮਿਲਦੀ ਰਹੀ, ਉਹੀ ਹੌਸਲਾ ਹੱਲਾਸ਼ੇਰੀ ਮੈਂ ਅੱਗੇ ਵੰਡੀ ਹੈ। ਮੇਰੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਗੱਲ ਕਹਿਣ ਦਾ ਅਧਿਕਾਰ ਨਹੀਂ ਕਦੇ ਵੀ ਰਿਹਾ ਸੀ ਕਿ ਇਹ ਹੋ ਨਹੀਂ ਸਕਦਾ। ਬਿਕੋਜ਼ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਸੀ ਬਈ ਫਿਰ ਐਂ ਕਰੋ, ਮੈਨੂੰ ਦੱਸੋ ਵੀ ਜਿਹਨੇ ਇਹ ਕੰਮ ਕੀਤਾ ਹੈ ਉਹ ਕਿਹੜੀ ਚੱਕੀ ਦਾ ਆਟਾ ਖਾਂਦਾ ਹੈ, ਆਪਾਂ ਉਸੇ ਚੱਕੀ ਦਾ ਆਟਾ ਲੈ ਆਉਂਦੇ ਹਾਂ, ਤੁਸੀਂ ਵੀ ਇਹ ਕੰਮ ਕਰ ਲਓ। ਸੋ ਆਈ ਹੈਵ ਬੀਨ ਅ ਹਾਰਡ ਟਾਸਕ ਮਾਸਟਰ ਫॉर ਮੀ ਐਜ਼ ਵੈਲ ਐਜ਼ ਫॉर ਮਾਈ ਚਿਲਡਰਨ। ਕਿ ਜਿਹੜਾ ਲੜਾਈ ਝਗੜਾ ਹੈ ਨਾ, ਜੇ ਉਦੋਂ ਜਦੋਂ ਲੜਾਈ ਹੁੰਦੀ ਹੈ ਆਪਣੀ ਕਿਸੇ ਨਾਲ, ਉਦੋਂ ਥੋੜ੍ਹਾ ਜਿਹਾ ਹੋਰਾਈਜ਼ਨ ਨੂੰ ਵੱਡਾ ਕਰੋ, ਆਪਣੀ ਸੋਚ ਨੂੰ ਥੋੜ੍ਹੀ ਦੂਰ ਤੱਕ ਲੈ ਜਾਓ ਕਿ ਆਉਣ ਵਾਲੇ 5 ਸਾਲਾਂ 'ਚ ਕਿੰਨੀ ਕੁ ਮੈਟਰ ਕਰੂਗੀ ਸਾਡੇ ਲਈ ਲੜਾਈ, ਜਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹਦੇ 'ਚ ਕੀ ਕੱਢਣਾ ਪਾਉਣਾ ਆਪਾਂ। ਉਹ ਇਹ ਜਿਹੜੇ ਵੀ ਉਹ ਬਾਹਰ ਜਾਣ ਦੇ ਚੱਕਰ 'ਚ ਵਿਆਹ ਕਰਾ ਲੈਂਦੇ ਨੇ, ਉਹ ਬਹੁਤ ਜ਼ਿਆਦਾ ਵੱਧ ਗਏ ਨੇ ਕੇਸਿਸ ਕਿ ਕੁੜੀ ਦੇ ਨਾਲ ਇਹ ਆਪਸ 'ਚ ਫੈਸਲਾ ਹੋ ਗਿਆ ਕਿ ਬਈ ਵਿਆਹ ਕਰਾਵਾਂਗੇ, ਤੂੰ ਜਾਏਂਗੀ ਪਹਿਲਾਂ ਬਾਹਰ, ਕਿਉਂਕਿ ਆਇਲਸ ਜਿਹੜੀ ਕੁੜੀ ਨੇ ਪਹਿਲਾਂ ਕਰ ਲੈਣੀ ਹੈ, ਉਹ ਚਲੀ ਗਈ ਬਾਹਰ, ਅਤੇ ਉਦੋਂ ਬਾਅਦ ਉਹਨੇ ਮੁੰਡੇ ਨੂੰ ਬੁਲਾਉਣਾ ਹੁੰਦਾ, ਉਹ ਉੱਥੇ ਜਾ ਕੇ ਕੋਈ ਉਹਦਾ ਹੋਰ ਸਿਸਟਮ ਫਿੱਟ ਹੋ ਜਾਂਦਾ, ਉਹ ਮੁੰਡੇ ਨੂੰ ਬੁਲਾਉਂਦੀ ਨਹੀਂ, ਮੁੰਡਾ ਵਿਚਾਰਾ ਇੱਥੇ ਰੋਣ ਜੋਗਾ ਨਾ ਹੱਸਣ ਜੋਗਾ। ਠੀਕ ਹੈ ਨਾ। ਸਿਮਿਲਰਲੀ ਜੇ ਲੜਕੀ ਹੋ ਜਾਂਦੀ ਹੈ, ਇੱਥੇ ਰਹਿ ਜਾਂਦੀ ਹੈ, ਮੁੰਡਾ ਉੱਥੇ ਚਲੇ ਗਿਆ, ਉਸ ਕੰਪਰੋਮਾਈਜ਼ 'ਚ ਵੀ ਲੜਕੀ ਨਾ ਵਿਆਹਿਆਂ 'ਚ ਨਾ ਕੁਆਰਿਆਂ 'ਚ। ਮੈਂ ਹੁਣੇ ਰਿਟਾਇਰ ਹੋਈ ਹਾਂ ਅਜੇ 31 ਜੁਲਾਈ ਨੂੰ, ਹਾਲੇ ਤਾਂ ਮੈਨੂੰ ਜੁਮਾ 15 ਦਿਨ ਵੀ ਨਹੀਂ ਹੋਏ ਰਿਟਾਇਰ ਹੋਈ ਨੂੰ, ਅਤੇ ਮੇਰੇ ਅੱਗੇ ਪੂਰੀ ਦੁਨੀਆ ਖੁੱਲ੍ਹੀ ਪਈ ਹੈ। ਮੇਰਾ ਕੁਛ ਵੀ ਕਰਨ ਨੂੰ ਦਿਲ ਕਰਦਾ। ਮੈਨੂੰ ਡਾਂਸ ਦਾ ਸ਼ੌਕ ਹੈ, ਗਿੱਧਾ ਪਾਉਣ ਦਾ, ਮੈਨੂੰ ਬੋਲੀਆਂ ਪਾਉਣ ਦਾ ਸ਼ੌਕ ਹੈ, ਮੈਨੂੰ ਗਾਣੇ ਗਾਉਣ ਦਾ ਸ਼ੌਕ ਹੈ ਪੰਜਾਬੀ ਦੇ, ਮੈਨੂੰ ਕਿਤਾਬਾਂ ਲਿਖਣ ਦਾ ਸ਼ੌਕ ਹੈ, ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਬਹੁਤ ਜ਼ਿਆਦਾ, ਅਤੇ ਘੁੰਮਣ ਦਾ ਸ਼ੌਕ ਤਾਂ ਸਾਨੂੰ ਦੋਨਾਂ ਨੂੰ ਬਹੁਤ ਜ਼ਬਰਦਸਤ ਹੈ, ਮੈਨੂੰ ਅਤੇ ਮੇਰੇ ਹਸਬੈਂਡ ਨੂੰ। ਅਸੀਂ ਕਈ ਵਾਰੀ ਬੈਠੇ ਬੈਠੇ ਜਿਵੇਂ ਸ਼ਾਮ ਨੂੰ ਚਾਹ ਪੀਂਦੇ ਗੱਲ ਚੱਲੀ, ਅਤੇ ਮੈਂ ਡਾਕਟਰ ਸਾਹਿਬ ਨੂੰ ਕਹਿਣਾ, ਡਾਕਟਰ ਸਾਹਿਬ ਐਂ ਲੱਗਦਾ ਵੀ ਜਿਵੇਂ ਨਾ ਪਹਾੜ 'ਤੇ ਚੱਕਰ ਜਿਹਾ ਮਾਰ ਕੇ ਆਈਏ, ਚਲੋ ਫਿਰ ਫਟਾਫਟ ਚਾਹ ਬਣਾਓ, ਆਪਾਂ ਚਾਹ ਪੀ ਕੇ ਚੱਲਦੇ ਹਾਂ। ਜਿਹੜੀ ਮੈਨੂੰ ਪੈਨਸ਼ਨ ਮਿਲਣੀ ਹੈ ਲੋਕਾਂ ਦੇ ਪੈਸਿਆਂ 'ਚੋਂ, ਮੈਂ ਉਹਨੂੰ ਸੂਚੀ ਜ਼ਰੂਰ ਕਰੂੰਗੀ। ਉਹ ਸਹੀ, ਮੈਂ ਜ਼ਰੂਰ ਕੋਈ ਐਸਾ ਕੰਮ ਕਰੂੰਗੀ ਨਾਲ ਨਾਲ ਜਿਹੜੇ ਮੈਂ ਹੁਣ ਕਰ ਰਹੀ ਹਾਂ ਇਸ ਵੇਲੇ। ਕੋਈ ਕਾਉਂਸਲਿੰਗ ਦਾ ਕੰਮ ਹੈ, ਕੋਈ ਲੋਕ ਅਦਾਲਤ ਦਾ ਕੰਮ ਹੈ, ਜਾਂ ਕੋਈ ਹੋਰ ਸੋਸ਼ਲ NGOs ਦੇ ਨਾਲ ਮੈਂ ਜੁੜੀ ਹੋਈ ਹਾਂ, ਉਹਨਾਂ ਦੇ ਨਾਲ ਨਾਲ ਮੈਂ ਸੋਸ਼ਲ ਵਰਕ ਜ਼ਰੂਰ ਕਰੂੰਗੀ ਕੋਈ ਨਾ ਕੋਈ ਐਸਾ। ਜਾਂ ਪਤਾ ਨਹੀਂ ਰੱਬ ਮੇਰੇ ਸਾਹਮਣੇ ਕੀ ਲੈ ਕੇ ਆਊਗਾ। ਹਾਲੇ ਤਾਂ ਥੋੜ੍ਹੇ ਦਿਨ ਹੋਏ ਹੈ, ਮੈਂ ਅਰਦਾਸ ਲਾਈ ਹੈ ਉਹਦੀ ਕਚਹਿਰੀ 'ਚ ਵੀ ਮੇਰੇ ਤੋਂ ਕੋਈ ਵਧੀਆ ਜਿਹਾ ਕੰਮ ਕਰਾ ਲੈ ਜਿਹੜਾ ਮੇਰੇ ਲਾਇਕ ਹੋਵੇ। ਉਹ ਮੈਨੂੰ ਜ਼ਰੂਰ ਕੋਈ ਐਸਾ ਕੰਮ ਦੇਗਾ ਜਿਸ ਨਾਲ ਮੈਨੂੰ ਇੰਨੀ ਮੋਟੀ ਸਾਰੀ ਪੈਨਸ਼ਨ ਜਿਹੜੀ ਮਿਲਣੀ ਹੈ ਉਹਨੂੰ ਮੈਂ ਸੁੱਚੀ ਕਰ ਸਕਾਂ। ਅਤੇ ਮੈਂ ਕਿਹਾ ਰੱਬ ਨੇ ਕਿੱਡੀ ਵਧੀਆ ਚੀਜ਼ ਬਣਾਈ ਹੈ ਵਿਆਹ। ਇਹ ਵਿਆਹ ਤੁਹਾਡੇ ਉਦੋਂ ਕੰਮ ਆਊਗਾ ਜਦੋਂ ਬੱਚੇ ਵੱਡੇ ਹੋ ਗਏ, ਤੁਸੀਂ ਇਕੱਲੇ ਰਹਿ ਗਏ, ਅਤੇ ਜਦੋਂ ਜੋੜੀਆਂ ਜਿਹੜੀਆਂ ਨੇ ਉਦੋਂ ਆਪਸ 'ਚ ਬਹਿ ਕੇ ਗੱਲਾਂ ਕਰਦੀਆਂ ਨੇ, ਆਪਸ 'ਚ ਸਾਂਝਾਂ ਪਾਉਂਦੀਆਂ ਨੇ। ਸੋ ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ, ਲੜਾਈਆਂ ਨੂੰ ਇੰਨਾ ਨਾ ਖਿੱਚੋ ਕਿ ਰਿਸ਼ਤਾ ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਅੱਜ ਇੱਕ ਹੋਰ ਸ਼ਖਸੀਅਤ ਦੇ ਨਾਲ ਸਾਂਝ ਪਾ ਰਿਹਾ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਵੱਖ-ਵੱਖ ਖੇਤਰਾਂ ਦੀਆਂ ਵੱਖ-ਵੱਖ ਪਰਸਨੈਲਿਟੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ, ਉਹਨਾਂ ਦੇ ਵਿਚਾਰ ਸਾਂਝੇ ਕਰਦੇ ਰਹੀਏ, ਵਿਚਾਰਾਂ ਦੀ ਸਾਂਝ ਪਾਉਂਦੇ ਰਹੀਏ। ਅੱਜ ਡਾਕਟਰ ਮੰਜੂ ਅਰੋੜਾ ਆਪਣੇ ਨਾਲ ਸ਼ਾਮਲ ਨੇ। ਡਾਕਟਰ ਸਾਹਿਬ ਦਾ ਬਹੁਤ ਸਾਰਾ ਕੰਮ ਹੈ, ਬਹੁਤ ਸਾਰੇ ਖੇਤਰ ਨੇ। ਜਦੋਂ ਅਸੀਂ ਗੱਲਬਾਤ ਸ਼ੁਰੂ ਕਰਨ ਲੱਗੇ ਤੋਂ ਪਹਿਲਾਂ ਮੈਨੂੰ ਦੱਸਣ ਲੱਗੇ ਸੀ, ਇਸ ਕਰਕੇ ਮੈਨੂੰ ਇਹ ਲੱਗਿਆ ਕਿ ਜੇ ਮੈਂ ਪੁੱਛ ਲਿਆ ਤਾਂ ਫਿਰ 14 ਮਿੰਟ ਦੀ ਜਾਂ 15 ਮਿੰਟ ਦੀ ਇੰਟਰਵਿਊ ਅਸੀਂ ਕਾਹਦੇ 'ਤੇ ਕਰਾਂਗੇ, ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਜ਼ਿੰਮੇਵਾਰੀਆਂ, ਕਾਰਜਭਾਰ ਉਹ ਇਹਨਾਂ ਨੇ ਸੰਭਾਲੇ। ਚਾਹੇ ਦੂਰਦਰਸ਼ਨ ਦਾ ਪ੍ਰੋਗਰਾਮ ਜਵਾਂ ਤਰੰਗ ਹੋਵੇ, ਜਿਨ੍ਹਾਂ ਨੇ ਉਹ ਪ੍ਰੋਗਰਾਮ ਦੇਖੇ ਆ ਉਹ ਸਾਰੇ ਜਾਣਦੇ ਆ ਕਿ ਜਵਾਂ ਤਰੰਗ ਪ੍ਰੋਗਰਾਮ ਦੇ ਵਿੱਚ ਨੌਜਵਾਨਾਂ ਦੇ ਵਾਸਤੇ ਕੀ ਹੁੰਦਾ ਸੀ। HOD ਰਹੇ ਨੇ ਇਹ ਮਹਿੰਦਰਾ ਕਾਲਜ ਦੇ ਵਿੱਚ, ਬੀਤੇ ਦਿਨੀ ਸੇਵਾ ਮੁਕਤ ਹੋਏ ਨੇ।
ਨੈਸ਼ਨਲ ਲੋਕ ਅਦਾਲਤ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਕੰਮ ਕਰਦੇ ਰਹੇ ਨੇ। ਲੀਗਲ ਸੈੱਲ ਦੇ ਨਾਲ ਕਈ ਹੋਰ ਜ਼ਰੂਰੀ ਜਿਹੜੇ ਮਹਿਕਮੇ ਨੇ ਜਾਂ ਜਿੱਥੇ ਕਾਉਂਸਲਿੰਗ ਦੀ ਜ਼ਰੂਰਤ ਪੈਂਦੀ ਹੈ ਉੱਥੇ ਡਾਕਟਰ ਸਾਹਿਬ ਦੀਆਂ ਸੇਵਾਵਾਂ ਦੀ ਲੋੜ ਰਹਿੰਦੀ ਹੈ। ਤੇ ਅੱਜ ਸਬੱਬੀ ਅਸੀਂ ਇਹਨਾਂ ਨੂੰ ਮਿਲੇ ਹਾਂ ਤੇ ਅੱਜ ਡਾਕਟਰ ਸਾਹਿਬ ਨੂੰ ਜਾਂ ਸਾਨੂੰ ਦੋਵਾਂ ਨੂੰ ਵਿਚਾਰਾਂ ਦੀ ਸਾਂਝ ਪਾਉਣ ਦੀ ਲੋੜ ਪਈ ਤੇ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਮਿਲਦੇ ਹਾਂ ਡਾਕਟਰ ਮੰਜੂ ਅਰੋੜਾ ਨੂੰ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਸਤਿ ਸ਼੍ਰੀ ਅਕਾਲ। ਤੁਸੀਂ ਹੁਣ ਸੇਵਾ ਮੁਕਤ ਹੋਏ ਹੋ, ਪਰ ਸੇਵਾ ਮੁਕਤੀ ਤੋਂ ਬਾਅਦ ਹਾਂਜੀ, ਮੁਕਤੀ ਤਾਂ ਨਹੀਂ ਹੁੰਦੀ ਹੈ ਨਾ, ਕੰਮਕਾਰ ਤਾਂ ਉਵੇਂ ਹੀ ਚੱਲਦੇ ਰਹਿੰਦੇ ਨੇ, ਪਰ ਆਪਾਂ ਫਲੈਸ਼ਬੈਕ 'ਚ ਚੱਲਦੇ ਹਾਂ। ਸਰਗਰਮੀਆਂ ਕਿਵੇਂ ਕਿਵੇਂ ਰਹੀਆਂ ਤੁਹਾਡੀਆਂ, ਕਿਵੇਂ ਕਿਵੇਂ ਵੱਧਦੀਆਂ ਰਹੀਆਂ? ਜ਼ਿੰਦਗੀ ਸੀ, ਪਰਿਵਾਰ ਸੀ, ਸਮਾਜਿਕ ਰੁਝੇਵੇਂ ਸੀ, ਤੇ ਸਿੱਖਿਆ ਸ਼ਾਸਤਰੀ ਦਾ ਤਾਂ ਕੰਮ ਹੀ ਵੈਸੇ ਉਲਝਣ ਵਾਲਾ ਹੁੰਦਾ ਹੈ ਨਾ, ਪਰ ਲੋਕਾਂ ਦੀ ਜ਼ਿੰਦਗੀ ਸੁਲਝਾਉਣੀ ਹੁੰਦੀ ਹੈ। ਤੁਹਾਡੇ ਕੋਲੇ ਬੜੇ ਮੌਕੇ ਸੀਗੇ, ਕੀ ਕੁਝ ਹੋਇਆ? ਸਿੱਧੂ ਸਾਹਿਬ, ਜ਼ਿੰਦਗੀ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਇਹ ਅਸੂਲ ਰੱਖਿਆ ਕਿ ਮੈਂ ਹਮੇਸ਼ਾ ਅੱਜ ਵਿੱਚ ਰਹੀ ਹਾਂ ਤੇ ਆਪਦੀ ਨੌਕਰੀ ਦੇ ਦੌਰਾਨ ਮੈਂ ਹਰ ਉਹ ਕੰਮ ਕੀਤਾ ਜਿਹੜਾ ਮੈਂ ਕਰ ਸਕਦੀ ਸੀ। ਮੈਂ ਇੱਕ ਪੰਜਾਬੀ ਦੀ ਬੋਲੀ ਹਮੇਸ਼ਾ ਯਾਦ ਰੱਖਦੀ ਹੁੰਦੀ ਸੀ, ਨਿੱਕੀ ਜਿਹੀ ਬਦਲੀ ਬੱਦਲਾਂ 'ਚ ਨਿਕਲੀ, ਕਿੱਥੇ ਤੂੰ ਜਾ ਕੇ ਵਰਸੇਂਗੀ, ਅੱਜ ਨੱਚ ਲੈ ਸਵੇਰੇ ਤਰਸੇਂਗੀ। ਮੈਂ ਇਹ ਚੇਤਾ ਹਮੇਸ਼ਾ ਇਸ ਗੱਲ ਦਾ ਰੱਖਿਆ, ਜੋ ਕੰਮ ਮੈਂ ਜਦੋਂ ਕਰ ਸਕਦੀ ਸੀਗੀ ਉਦੋਂ ਮੈਂ ਪੂਰੇ ਆਪਦੀ ਲਗਨ ਦੇ ਨਾਲ, ਮਿਹਨਤ ਦੇ ਨਾਲ ਕੰਮ ਕੀਤਾ। ਮੈਂ 35 ਸਾਲ ਦੀ ਨੌਕਰੀ ਕੀਤੀ ਹੈ ਬਤੌਰ ਪ੍ਰੋਫੈਸਰ। ਅਲੱਗ-ਅਲੱਗ ਕਾਲਜਿਸ 'ਚ ਮੈਂ ਕੰਮ ਕੀਤਾ। ਗਵਰਨਮੈਂਟ ਕਾਲਜ ਤਲਵਾੜੇ ਮੈਂ ਕੰਮ ਕੀਤਾ, ਸਭ ਤੋਂ ਪਹਿਲਾਂ ਮੇਰੀ ਫਰਸਟ ਪੋਸਟਿੰਗ ਸੀਗੀ। ਉਸ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਮਲੇਰਕੋਟਲਾ ਆਈ, ਫਿਰ ਉੱਥੋਂ ਮੈਂ ਨਾਭੇ ਆਈ ਰਿਪੁਦਮਨ ਕਾਲਜ ਦੇ ਵਿੱਚ, ਤੇ ਉਦੋਂ ਬਾਅਦ ਤਕਰੀਬਨ ਮੈਂ 26 ਸਾਲ ਦੀ ਨੌਕਰੀ ਸਰਕਾਰੀ ਮਹਿੰਦਰਾ ਕਾਲਜ 'ਚ ਕੀਤੀ ਹੈ ਪਟਿਆਲੇ। ਪਟਿਆਲੇ ਕਾਲਜ ਦੇ ਵਿੱਚ ਮਹਿੰਦਰਾ ਕਾਲਜ ਮੈਂ ਪੜ੍ਹੀ ਵੀ ਸੀ ਤੇ ਉੱਥੇ ਹੀ ਮੈਂ ਨੌਕਰੀ ਆ ਕੇ ਲੱਗੀ। ਬਹੁਤ ਹੀ ਵੱਡਾ ਸੁਭਾਗ ਸੀ ਮੇਰੇ ਵਾਸਤੇ, ਆਪਣੇ ਕਾਲਜ ਦੇ ਲਈ, ਆਪਣੇ ਆਲਮਾ ਮਾਟਰ ਦੇ ਲਈ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਇਦੋਂ ਵੱਡੀ ਚੀਜ਼ ਕੀ ਹੋ ਸਕਦੀ ਸੀ? ਕਾਲਜ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਕੰਮ ਲੈਣ ਵਾਲੇ ਪ੍ਰਿੰਸੀਪਲ ਮਿਲੇ। ਉਹਨਾਂ ਨੇ ਮੇਰੀਆਂ ਜ਼ਿੰਮੇਵਾਰੀਆਂ ਇਹੋ ਜਿਹੀਆਂ ਜਗ੍ਹਾ 'ਤੇ ਲਾਈਆਂ ਜਿਨ੍ਹਾਂ ਜਗ੍ਹਾ ਦੇ ਉੱਤੇ ਕਿ ਮੈਂ ਜਦੋਂ ਬਹੁਤ ਸੀਨੀਅਰ ਨਹੀਂ ਸੀ ਉਹਨਾਂ ਥਾਵਾਂ 'ਤੇ ਵੀ ਮੈਂ ਉਦੋਂ ਕੰਮ ਕੀਤਾ। ਮੈਂ ਸਾਡੇ ਸਟਾਫ ਕਲੱਬ ਦੀ ਸਕੱਤਰ ਰਹੀ ਜੀ। ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਵਿੱਚ ਮੈਂ ਮੈਂਬਰ ਸੈਕਟਰੀ ਰਹੀ। ਬਤੌਰ ਮੈਂਬਰ ਸੈਕਟਰੀ ਬਹੁਤ ਕੰਮ ਕੀਤਾ। ਇਸ ਤੋਂ ਬਾਅਦ ਫਿਰ ਮੈਂ ਜਿਹੜਾ ਸਾਡਾ ਮਹਿੰਦਰਾ ਮੈਗਜ਼ੀਨ ਛਪਦਾ ਸੀਗਾ ਉਹਦੀ ਪਹਿਲਾਂ ਮੈਂ ਸਾਇੰਸ ਸੈਕਸ਼ਨ ਦੀ ਐਡੀਟਰ ਰਹੀ ਕਾਫੀ ਸਾਲ। ਫਿਰ ਮੈਂ ਪਿਛਲੇ 4-5 ਸਾਲਾਂ ਤੋਂ ਮੈਂ ਉਸ ਦੀ ਚੀਫ ਐਡੀਟਰ ਸੀ। ਮੁੱਖ ਸੰਪਾਦਕ ਦੇ ਤੌਰ ਦੇ ਉੱਤੇ ਜਦੋਂ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਉਸ ਮੈਗਜ਼ੀਨ ਦੀ ਦਿੱਖ ਨੂੰ ਲੈ ਕੇ ਜਾਂ ਉਹਦੇ ਅੰਦਰ ਜਿਸ ਕਿਸਮ ਦੀਆਂ ਵੀ ਚੇਂਜਿਸ ਮੈਂ ਲਿਆਉਣਾ ਚਾਹੁੰਦੀ ਸੀ ਕਿਸੇ ਜ਼ਮਾਨੇ ਦੇ ਵਿੱਚ, ਉਹ ਮੈਂ ਆਪ ਲਿਆਂਦੀਆਂ। ਕੰਮ ਕਰਦੇ ਹੋਏ ਸਿੱਧੂ ਸਾਹਿਬ ਮੈਨੂੰ ਐਂ ਲੱਗਦਾ ਸੀ ਮੈਂ ਬਹੁਤ ਜ਼ਿਆਦਾ ਲਕੀਰ ਦੀ ਫਕੀਰ ਹੋ ਕੇ ਕੰਮ ਨਹੀਂ ਕਦੇ ਵੀ ਕਰ ਸਕੀ। ਮੈਨੂੰ ਇਹ ਲੱਗਦਾ ਸੀਗਾ ਕਿ ਇਫ ਯੂ ਵਾਂਟ ਟੂ ਬ੍ਰਿੰਗ ਅ ਚੇਂਜ ਦੈਨ ਵਾਈ ਨਾਟ ਯੂ। ਆਪਾਂ ਦੂਜਿਆਂ ਨੂੰ ਤਾਂ ਬਲੇਮ ਕਰਦੇ ਰਹਿੰਦੇ ਹਾਂ ਕਿ ਬਈ ਆਏ ਨਹੀਂ ਹੁੰਦਾ, ਆਏ ਨਹੀਂ ਹੁੰਦਾ। ਜੇ ਆਪਾਂ ਹਿੰਦੁਸਤਾਨ ਨੂੰ ਬਦਲਣਾ ਹੈ, ਜੇ ਆਪਾਂ ਆਪਦੀ ਕਿਸਮਤ ਨੂੰ ਬਦਲਣਾ ਹੈ, ਜੇ ਆਪਾਂ ਆਪਣੀ ਲਾਈਫ ਦੇ ਵਿੱਚ ਕੋਈ ਚੇਂਜ ਲਿਆਉਣਾ ਚਾਹੁੰਦੇ ਹਾਂ, ਫਿਰ ਆਪਾਂ ਆਪ ਹੀ ਲੈ ਕੇ ਆਵਾਂਗੇ। ਜੇ ਆਪਾਂ ਦੂਜੇ 'ਤੇ ਸੁੱਟੀ ਜਾਵਾਂਗੇ ਤਾਂ ਉਹ ਚੇਂਜ ਕਦੇ ਵੀ ਨਹੀਂ ਆ ਸਕਦੀ। ਮੇਰੇ ਹਰ ਕੰਮ ਦੇ ਵਿੱਚ ਮੇਰਾ ਆਪਣਾ ਸਟਾਈਲ ਦੂਰੋਂ ਝਲਕਦਾ ਸੀਗਾ। ਮੈਨੂੰ ਸਾਰੇ ਮੇਰੇ ਬਾਰੇ ਜਿਹੜੀ ਬਹੁਤੀ ਗੱਲ ਮਸ਼ਹੂਰ ਹੁੰਦੀ ਸੀ ਇਹ ਹੁੰਦੀ ਸੀ ਕਿ ਕੁਝ ਵੀ ਕਰ ਸਕਦੀ ਹੈ। ਜਦੋਂ ਕੁਝ ਵੀ ਕਰ ਸਕਦੀ ਹੈ ਮੈਨੂੰ ਕਹਿੰਦੇ ਸੀ ਤਾਂ ਮੈਨੂੰ ਇੱਕ ਚੈਲੰਜ ਲੱਗਦਾ ਸੀਗਾ। ਮੈਨੂੰ ਆਪ ਦਾ ਆਪ ਹੀ ਆਪਣੇ ਵਾਸਤੇ ਚੈਲੰਜ ਲੱਗਦਾ ਸੀਗਾ। ਮੈਨੂੰ ਇਹ ਲੱਗਦਾ ਸੀ ਕਿ ਲੋਕਾਂ ਦੀ ਤਵੱਕੋ ਜਿਹੜੀ ਹੈ ਮੇਰੇ ਪ੍ਰਤੀ, ਲੋਕਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਮੰਜੂ ਤੇਰੇ ਤੋਂ ਬਹੁਤ ਜ਼ਿਆਦਾ ਨੇ ਅਤੇ ਤੂੰ ਉਹਨਾਂ 'ਤੇ ਪੂਰਾ ਉਤਰਨਾ। ਸੋ ਮੈਂ ਆਪ ਦੇ ਟੀਚੇ ਆਪ ਹੀ ਮਿੱਥੇ ਅਤੇ ਆਪ ਹੀ ਉਹਨਾਂ ਨੂੰ ਪੈਕ ਕੀਤਾ। ਮੈਨੂੰ ਘਰ ਦੇ ਵਿੱਚ ਹੌਸਲਾ ਹੱਲਾਸ਼ੇਰੀ ਇੰਨੀ ਮਿਲਦੀ ਰਹੀ, ਉਹੀ ਹੌਸਲਾ ਹੱਲਾਸ਼ੇਰੀ ਮੈਂ ਅੱਗੇ ਵੰਡੀ ਹੈ। ਅੱਛਾ, ਮੈਨੂੰ ਇੱਥੇ ਦੱਸਿਓ ਕਿ ਹੌਸਲਾ ਜਿਹੜਾ ਉਹ ਇੱਥੋਂ ਤਾਂ ਅਸੀਂ ਦੇਖ ਹੀ ਲਿਆ, ਬੜਾ ਮਿਲਦਾ ਰਿਹਾ। ਮਾਨਸਾ ਵਾਲਿਆਂ ਦਾ ਕਿੰਨਾ ਸੀ ਤੁਹਾਡੇ ਪੇਕਿਆਂ ਦਾ? ਮਾਨਸਾ ਤਾਂ ਮੇਰੀ ਰੂਹ 'ਚ ਵਸਿਆ ਹੋਇਆ, ਮਾਨਸਾ ਤਾਂ ਮੇਰੀ ਜੜ੍ਹ ਹੈ। ਉੱਥੋਂ ਤਾਂ ਮੈਂ ਉੱਠੀ ਹਾਂ। ਮੇਰੇ ਤਾਇਆ ਜੀ ਸ਼੍ਰੀ ਰਾਮਚੰਦ ਜੀ ਮਿੱਡਾ, ਛੋਟੀ ਹੁੰਦੀ ਅਸੀਂ ਦਿੱਲੀ ਰਹਿੰਦੇ ਸੀਗੇ। ਮੇਰੀ ਪ੍ਰਾਇਮਰੀ ਐਜੂਕੇਸ਼ਨ ਦਿੱਲੀ ਦੀ ਹੈ ਅਤੇ ਚੰਡੀਗੜ੍ਹ ਦੀ ਹੈ, ਅਤੇ ਮੁੜ ਕੇ ਅਸੀਂ ਪਟਿਆਲੇ ਆ ਕੇ ਰਹਿ ਪਏ। ਮੇਰੇ ਫਾਦਰ ਦੀ ਜੋਬ ਇੱਥੇ ਹੁੰਦੀ ਸੀ ਪਟਿਆਲੇ, ਤਾਂ ਅਸੀਂ ਪਟਿਆਲੇ ਹੀ ਬਹੁਤਾ ਮੈਂ ਪੜ੍ਹੀ ਹਾਂ। ਲੇਕਿਨ ਮੇਰੀ ਇਨੀਸ਼ੀਅਲ ਜਿਹੜੀ ਐਜੂਕੇਸ਼ਨ ਹੈ ਉਹ ਦਿੱਲੀ ਚੰਡੀਗੜ੍ਹ ਦੀ ਹੈ। ਅਤੇ ਤੁਹਾਨੂੰ ਪਤਾ ਹੀ ਹੈ ਦਿੱਲੀ ਚੰਡੀਗੜ੍ਹ ਦਾ ਬੱਚਾ ਜਦੋਂ ਮਾਨਸਾ ਜਾਵੇ, ਮਾਨਸਾ ਆਪਣਾ ਥੋੜ੍ਹਾ ਜਿਹਾ ਫਿਰ ਵੀ ਰੂਰਲ ਹੈਗਾ, ਅਤੇ ਉੱਥੇ ਜਾਣਾ ਅਤੇ ਉੱਥੇ ਸਾਰੀ ਗੱਲਬਾਤ ਦਾ ਫਰਕ ਹੁੰਦਾ ਸੀਗਾ, ਪਹਿਰਾਵੇ ਦਾ ਫਰਕ ਹੁੰਦਾ ਸੀ, ਬੋਲਣ ਦਾ ਫਰਕ ਹੁੰਦਾ ਸੀਗਾ।
ਤਾਂ ਮੇਰੇ ਪਿਤਾ ਜੀ ਕਹਿੰਦੇ ਸੀ ਅਸੀਂ ਉਹਨਾਂ ਨੂੰ, ਹੁਣ ਤਾਂ ਉਹ ਦੁਨੀਆ 'ਚ ਨਹੀਂ ਰਹੇ, ਤਾਂ ਮੇਰੇ ਤਾਇਆ ਜੀ ਨੇ ਮੈਨੂੰ ਕਿਸੇ ਵੀ ਸਟੇਜ ਦੇ ਉੱਤੇ, ਹੀ ਵਾਜ਼ ਅ ਵੈਰੀ ਗੁੱਡ ਓਰੇਟਰ, ਬਹੁਤ ਅੱਛੇ ਸਪੀਕਰ ਸੀਗੇ, ਬਹੁਤ ਅੱਛੇ ਲੀਡਰ ਸੀ ਮਾਨਸਾ ਸ਼ਹਿਰ ਦੇ, ਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਇਹ ਹੁਣ ਸਟੇਜ ਦੇ ਉੱਤੇ ਕੁਝ ਗੱਲਾਂ ਕਰੇਗੀ। ਤੇ ਬਹੁਤ ਛੋਟੀ ਉਮਰ 'ਚ ਹੀ, 5 ਸਾਲ ਦੀ ਉਮਰ 'ਚ, 6 ਸਾਲ ਦੀ ਉਮਰ 'ਚ ਮੈਨੂੰ ਉਹਨਾਂ ਨੇ ਵੱਡੀ ਸਾਰੀ ਸਟੇਜ ਦੇ ਉੱਤੇ ਚੜਾ ਦੇਣਾ, ਤੇ ਮੇਰਾ ਹੌਸਲਾ ਖੁੱਲ੍ਹ ਗਿਆ। ਤੇ ਹਾਲਾਤ ਇੱਥੋਂ ਤੱਕ ਆ ਗਏ ਕਿ ਇੱਥੇ ਸਾਡੇ ਸੁਰਤਾਲ ਹੋਇਆ, ਸਟੇਟ ਲੈਵਲ ਦਾ ਫੰਕਸ਼ਨ ਸੀ, ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਕਰਾਇਆ ਸੀਗਾ ਕਾਫੀ ਸਾਲ ਪਹਿਲਾਂ, ਤੇ ਉਹਨੂੰ ਮੈਨੂੰ ਕੰਪੇਅਰ ਕਰਨ ਵਾਸਤੇ ਜਦੋਂ ਕਿਹਾ, ਤੇ ਮੈਨੂੰ ਜਿੱਡਾ ਵੱਡਾ ਹਜੂਮ ਸੀਗਾ ਓਨੀ ਮੈਨੂੰ ਐਨਰਜੀ ਮਿਲ ਰਹੀ ਸੀ, ਓਨਾ ਹੀ ਮੈਂ ਆਨੰਦ ਲੈ ਰਹੀ ਸੀ। ਸਟੇਜ ਤੇ ਜਾ ਕੇ ਮੈਨੂੰ ਐਂ ਲੱਗਦਾ ਜਿਵੇਂ ਮੈਂ ਆਪਦੀ ਜਗ੍ਹਾ ਤੇ ਪਹੁੰਚ ਗਈ, ਮੈਨੂੰ ਹਮੇਸ਼ਾ ਐਂ ਲੱਗਦਾ ਸੀਗਾ। ਇਹਦੇ 'ਚ ਪੂਰੀ ਦੇਣ ਮੇਰੇ ਪਰਿਵਾਰ ਦੀ ਰਹੀ ਹੈ। ਜ਼ਿੰਦਗੀ ਦੀ ਜਿਹੜੀ ਸਟੇਜ ਤੇ ਅੱਜ ਖੜੇ ਹੋ, ਹਾਂਜੀ, ਤੇ ਇਹਦੇ ਵਿੱਚ ਬੜੀਆਂ ਸਟੇਜਸ ਆਈਆਂ, ਹਾਂਜੀ, ਆਉਂਦੀਆਂ ਰਹਿਣਗੀਆਂ, ਬਦਲਦੀਆਂ ਰਹਿਣਗੀਆਂ। ਮੰਜੂ ਅਰੋੜਾ ਕਿੱਥੇ ਖੜੇ ਆ? ਮੰਜੂ ਅਰੋੜਾ ਹਰ ਸਟੇਜ ਤੇ ਪ੍ਰੈਜ਼ੈਂਟ ਸੀ, ਆਪਣੇ ਪੂਰੇ ਹੋਸ਼ੋ ਆਵਾਜ਼ ਦੇ ਵਿੱਚ, ਆਪਣੀਆਂ ਪੂਰੀਆਂ ਕਲਾਵਾਂ ਨੂੰ ਨਿਖਾਰਦੀ ਹੋਈ ਹਰ ਜਗ੍ਹਾ ਤੇ ਸੀ। ਤੇ ਮੇਰਾ ਪਰਿਵਾਰ ਮੇਰੇ ਨਾਲ ਖੜਾ ਸੀਗਾ। ਮੇਰੇ ਪਰਿਵਾਰ ਦੇ ਉੱਤੇ ਵੀ ਮੈਂ ਆਪ ਦੇ ਵਾਲੀ ਦਲੀਲ ਤੇ ਸਾਰੀ, ਉਹ 45 ਮਿੰਟ ਦਾ ਲੈਕਚਰ, ਹਾਂਜੀ, ਉਹ 45 ਮਿੰਟ ਦਾ ਲੈਕਚਰ ਉਹ ਬਰਦਾਸ਼ਤ ਕਰਦੇ ਸੀ ਘਰ ਦੇ। ਜੀ, ਮੇਰੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਗੱਲ ਕਹਿਣ ਦਾ ਅਧਿਕਾਰ ਨਹੀਂ ਕਦੇ ਵੀ ਰਿਹਾ ਸੀ ਕਿ ਇਹ ਹੋ ਨਹੀਂ ਸਕਦਾ, ਬਿਕੋਜ਼ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਸੀ ਬਈ ਫਿਰ ਐਂ ਕਰੋ, ਮੈਨੂੰ ਦੱਸੋ ਵੀ ਜਿਹਨੇ ਇਹ ਕੰਮ ਕੀਤਾ ਹੈ ਉਹ ਕਿਹੜੀ ਚੱਕੀ ਦਾ ਆਟਾ ਖਾਂਦਾ ਹੈ, ਆਪਾਂ ਉਸੇ ਚੱਕੀ ਦਾ ਆਟਾ ਲੈ ਆਉਂਦੇ ਹਾਂ, ਤੁਸੀਂ ਵੀ ਇਹ ਕੰਮ ਕਰ ਲਓ। ਸੋ ਆਈ ਹੈਵ ਬੀਨ ਅ ਹਾਰਡ ਟਾਸਕ ਮਾਸਟਰ ਫॉर ਮੀ ਐਜ਼ ਵੈਲ ਐਜ਼ ਫॉर ਮਾਈ ਚਿਲਡਰਨ। ਤੇ ਬੱਚਿਆਂ ਨੇ ਮੈਨੂੰ ਬਹੁਤ ਸਾਰੀ ਫੈਮਿਲੀ ਆ ਡਾਕਟਰ ਹੈ ਹਨਾ, ਤੇ ਫਿਰ ਆਟਾ ਕਿਹੜੀ ਚੱਕੀ ਦਾ ਖਾਂਦੇ ਸੀਗੇ? ਆਟਾ ਤਾਂ ਉਸੇ ਚੱਕੀ ਦਾ ਹੁੰਦਾ ਸੀਗਾ, ਪਰ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ ਕਿ ਮਾਂ ਨੇ ਕੋਈ ਦਲੀਲ ਸਾਡੀ ਸੁਣਨੀ ਨਹੀਂ, ਕੰਮ ਜਿਹੜਾ ਅਸੀਂ ਸੋਚ ਲਿਆ। ਮੈਂ ਕਹਿੰਦੀ ਸੀ ਬੇਟੇ ਜਾਂ ਤਾਂ ਫਿਰ ਕਿਸੇ ਤੋਂ ਇੰਸਪਾਇਰ ਨਾ ਹੋਵੋ, ਜੇ ਤੁਹਾਨੂੰ ਦੇਖ ਕੇ ਲੱਗਦਾ ਵੀ ਉਹ ਬੰਦੇ ਨੇ ਆਹ ਤਰੱਕੀ ਕਰ ਲਈ, ਉਹ ਬੰਦੇ ਨੇ ਆਹ ਕਰ ਲਿਆ, ਤੇ ਫਿਰ ਤੁਹਾਨੂੰ ਵੀ ਰੱਬ ਨੇ 2 ਅੱਖਾਂ, 2 ਹੱਥ, 2 ਪੈਰ ਦਿੱਤੇ ਹੈ, ਔਰ ਸੁੱਖ ਨਾਲ ਬਹੁਤ ਹੀ ਹੈਲਦੀ ਆਪਾਂ ਸਾਰਿਆਂ ਨੂੰ ਸਰੀਰ ਮਿਲਿਆ, ਜਿਹੜੀ ਸਭ ਤੋਂ ਵੱਡੀ ਦੇਣ ਹੈ ਪਰਮਾਤਮਾ ਦੀ। ਕਰੋੜਾਂ ਰੁਪਇਆ ਲਾ ਕੇ ਵੀ ਅਮੀਰ ਤੋਂ ਅਮੀਰ ਬੰਦਾ ਇਸ ਸਰੀਰ ਦਾ ਇੱਕ ਪੁਰਜ਼ਾ ਨਹੀਂ ਲੈ ਸਕਦਾ, ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਫਿਰ ਕਮੀ ਕਿਸ ਚੀਜ਼ ਦੀ ਹੈ? ਮੈਂ ਸਾਰੇ ਜਵਾਨ ਬੱਚਿਆਂ ਨੂੰ ਇਹ ਗੱਲ ਕਹਿੰਦੀ ਹਾਂ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਕਿ ਕਿਸੇ ਦੇ ਵਿੱਚ ਵੀ ਨਾ ਤਾਂ ਦਿਮਾਗ ਘੱਟ ਹੁੰਦਾ, ਉਹੀ 200 ਗ੍ਰਾਮ ਦੇ ਕਰੀਬ ਹੁੰਦਾ, ਸਾਰਿਆਂ 'ਚ ਉਨਾ ਹੀ ਹੁੰਦਾ। ਤੇ ਗੱਲ ਸਿਰਫ ਇੰਨੀ ਹੈ ਵੀ ਕੋਈ ਘਸਾਉਂਦਾ ਤੇ ਕੋਈ ਨਹੀਂ ਘਸਾਉਂਦਾ, ਤੇ ਮਿਹਨਤ ਕੋਈ ਕਰਦਾ ਤੇ ਕੋਈ ਨਹੀਂ ਕਰਦਾ। ਇਹੀ ਗੱਲ ਮੈਂ ਬੱਚਿਆਂ ਨੂੰ ਕਹਿੰਦੀ ਰਹੀ, ਤੇ ਮੇਰੇ ਬੱਚਿਆਂ ਨੇ ਮੈਨੂੰ ਬਹੁਤ ਪ੍ਰਾਊਡ ਕੀਤਾ। ਸਿੱਧੂ ਸਾਹਿਬ, ਇਸ ਵੇਲੇ ਮੇਰਾ ਬੇਟਾ ਜਿਹੜਾ ਹੈ ਉਹ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਸੈਂਟਰ ਹੈ ਰੋਬੋਟਿਕ ਯੂਰੋਲੋਜੀ ਦਾ, ਜਿੱਥੇ ਰੋਬੋਟਿਕ ਯੂਰੋਲੋਜੀ ਸ਼ੁਰੂ ਹੋਈ ਸੀਗੀ, ਉਹ ਉੱਥੇ ਕੰਮ ਕਰ ਰਿਹਾ ਹੈਗਾ USA ਦੇ ਵਿੱਚ। ਤੇ ਮੇਰੀ ਬੇਟੀ ਜਿਹੜੀ ਹੈਗੀ ਹੈ, ਇੱਕ ਬੇਟੀ ਹੈ ਮੇਰੇ ਕੋਲ, ਇੱਕ ਬੇਟਾ ਹੈ। ਬੇਟੀ ਮੇਰੀ ਹਿੰਦੁਸਤਾਨ ਦੀ ਪਹਿਲੀ ਔਨਕੋਪੈਥੋਲੋਜਿਸਟ ਹੈ, ਤੇ ਪੈਥੋਲੋਜੀ ਕਰਨ ਤੋਂ ਬਾਅਦ ਉਹਨੂੰ DM ਦੇ ਵਿੱਚ ਐਡਮਿਸ਼ਨ, ਹੀਮੇਟੋਲੋਜੀ ਦੇ ਵਿੱਚ ਉਹਨੇ ਟੈਸਟ ਕਲੀਅਰ ਜਦੋਂ ਕਰ ਲਿਆ ਏਮਸ ਦਾ, ਤੇ ਉਸ ਤੋਂ ਬਾਅਦ ਇੰਟਰਵਿਊ 'ਚ ਨਹੀਂ ਰੱਖੀ ਗਈ, ਤੇ ਫਿਰ ਮੈਂ ਉਹਨੂੰ ਕਿਹਾ ਕਿ ਤੁਸੀਂ ਅਗਲੀ ਵਾਰੀ ਫਿਰ ਦੇ ਦਿਓ ਟੈਸਟ, ਕੋਈ ਚੱਕਰ ਨਹੀਂ ਹੈਗਾ। ਤੇ ਫਿਰ ਉਹ ਸ਼ਿਫਟ ਕਰ ਗਈ ਲਖਨਊ, ਤੇ ਉੱਥੇ ਜਾ ਕੇ ਜਦੋਂ ਹੀ ਇਹਦੀ ਪਹਿਲੀ ਸੀਟ ਨਿਕਲੀ ਔਨਕੋਪੈਥੋਲੋਜੀ ਦੀ, ਤੇ ਉਹਨੇ ਜੁਆਇਨ ਕਰ ਲਿਆ। ਤੇ ਇਸ ਵੇਲੇ ਉਹ ਆਪਣਾ ਪੂਰਾ ਨਾਮ ਨਾ ਖੱਟ ਰਹੀ ਹੈ ਆਪਣੇ ਫੀਲਡ ਦੇ ਵਿੱਚ, ਬਹੁਤ ਹੀ ਨੇਕ ਨੀਅਤੀ ਦੇ ਨਾਲ ਕੰਮ ਕਰ ਰਹੀ ਹੈ। ਡਾਕਟਰ ਅਰੋੜਾ ਸਾਹਿਬ ਦਾ ਜ਼ਿਕਰ ਨਹੀਂ ਕੀਤਾ ਤੁਸੀਂ। ਡਾਕਟਰ ਅਰੋੜਾ ਸਾਹਿਬ ਤਾਂ ਜਿਵੇਂ ਕਹਿੰਦੇ ਆ ਨਾ, ਮੇਰੀ ਸਾਰੀ ਜੋ ਵੀ ਮੈਂ ਹੈਗੀ ਹਾਂ ਅੱਜ ਦੀ ਡੇਟ ਦੇ ਵਿੱਚ, ਉਹ ਮੇਰੇ ਹਸਬੈਂਡ ਦਾ ਸਾਰਾ ਸ਼੍ਰੇ ਉਹਨਾਂ 'ਤੇ ਜਾਂਦਾ ਹੈ। ਡਾਕਟਰ ਅਰੋੜਾ ਇੰਨੇ ਕੂਲ, ਡਾਕਟਰ ਜਨਕ ਅਰੋੜਾ ਮੇਰੇ ਪਤੀ, ਹੈਡ ਆਫ ਦੀ ਡਿਪਾਰਟਮੈਂਟ ਰਜਿੰਦਰਾ ਹਸਪੀਟਲ 'ਚੋਂ ਰਿਟਾਇਰ ਹੋਏ ਪੀਡੀਆਟ੍ਰਿਕ ਸਰਜਰੀ ਦੇ। ਮੈਂ ਜੋ ਵੀ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਪੂਰਾ ਕਰਾਉਣ 'ਚ ਉਹਨਾਂ ਦਾ ਹੱਥ ਹੁੰਦਾ ਸੀਗਾ। ਉਹਨਾਂ ਦੀ ਇੰਨੀ ਹੱਲਾਸ਼ੇਰੀ ਹੁੰਦੀ ਸੀ ਕਿ ਕਈ ਵਾਰੀ ਮੈਂ ਜੇ ਢਿੱਗੀ ਢਾਹ ਬਹਿਣੀ ਤਾਂ ਉਹਨਾਂ ਨੇ ਕਹਿਣਾ ਨਹੀਂ ਨਹੀਂ ਤੂੰ ਕਰ ਲੈਣਾ, ਤੂੰ ਕਰ ਲੈਣਾ। ਇਹ ਜਿਹੜਾ ਤੂੰ ਕਰ ਲੈਣਾ ਵਰਡ ਹੁੰਦਾ ਸੀਗਾ ਨਾ, ਇਹ ਬਹੁਤ ਵੱਡਾ ਪ੍ਰੋਂਪਟ ਹੁੰਦਾ ਸੀ, ਬੜੀ ਵੱਡੀ ਮੇਰੇ ਵਾਸਤੇ ਉਹਨਾਂ ਦੀ ਉਹ ਹੁੰਦੀ ਸੀ। ਜਿਵੇਂ ਕਹਿੰਦੇ ਆ ਨਾ ਸਿੱਧੂ ਸਾਹਿਬ ਕਿ ਉਹ ਬੰਦੇ ਦਾ ਕਿਸੇ ਚੁੜੈਲ ਨਾਲ ਵਿਆਹ ਹੋ ਗਿਆ, ਤੇ ਉਹ ਚੁੜੈਲ ਨਾਲ ਵਿਆਹ ਹੋ ਗਿਆ, ਤੇ ਉਹ ਉਹਦੇ ਦੋਸਤ ਨੂੰ ਖਾਣ ਲੱਗੀ ਸੀ, ਤੇ ਉਹਨੇ ਕਿਹਾ ਵੀ ਮੇਰੇ ਦੋਸਤ ਨੂੰ ਨਾ ਖਾ, ਮੈਂ ਤੇਰੇ ਨਾਲ ਵਿਆਹ ਕਰਾ ਲੈਣਾ, ਤੂੰ ਤੇਰੀ ਇਹੀ ਸ਼ਰਤ ਹੈ ਨਾ ਵੀ ਵਿਆਹ ਕਰਾ, ਮੈਂ ਕਰਾ ਲੈਣਾ। ਤੇ ਚੁੜੈਲ ਕਹਿੰਦੀ ਵੀ ਤੂੰ ਮੈਨੂੰ ਆਹ ਦੱਸ ਵੀ ਤੂੰ ਮੈਨੂੰ, ਮੈਂ 6 ਮਹੀਨੇ ਤਾਂ ਰਹਿ ਸਕਦੀ ਹਾਂ ਬਹੁਤ ਖੂਬਸੂਰਤ ਔਰਤ, ਤੇ 6 ਮਹੀਨੇ ਮੈਂ ਰਹਿ ਸਕਦੀ ਹਾਂ ਕੋਝੀ ਔਰਤ, ਤੂੰ ਮੈਨੂੰ ਕੀ ਚਾਹੁੰਦਾ ਵੀ ਮੈਂ ਪਹਿਲਾਂ ਕੋਝੀ ਰਹਾਂ ਕਿ ਪਹਿਲੇ 6 ਮਹੀਨੇ ਮੈਂ ਖੂਬਸੂਰਤ ਰਹਾਂ? ਤਾਂ ਉਹ ਕਹਿੰਦਾ ਵੀ ਤੇਰੀ ਮਰਜ਼ੀ ਹੈ, ਵੀ ਤੂੰ ਚਾਹੇ ਜਿਵੇਂ ਮਰਜ਼ੀ ਰਹਿ, ਮੈਨੂੰ ਤਾਂ, ਮੈਂ ਤੇਰੇ ਨਾਲ ਇੱਕ ਵਿਆਹ ਕਰ ਲਿਆ, ਮੈਨੂੰ ਤੂੰ ਮਨਜ਼ੂਰ ਹੈ, ਮੈਨੂੰ ਤੂੰ ਮਨਜ਼ੂਰ ਹੈ, ਤੂੰ ਜਿਵੇਂ ਮਰਜ਼ੀ ਰਹਿ। ਉਹ ਕਹਿੰਦੀ ਕਿ ਤੂੰ ਬਹੁਤ ਹੀ ਨਫੀਸ ਬੰਦਾ ਹੈ। ਇਹ ਗੱਲ ਮੈਂ ਆਪਣੇ ਪਤੀ ਦੇ ਕੰਟੈਕਸਟ 'ਚ ਕਹਿ ਰਹੀ ਹਾਂ
ਕਿ ਤੂੰ ਬਹੁਤ ਹੀ ਨਫੀਸ ਬੰਦਾ ਹੈ, ਕਿ ਤੂੰ ਮੈਨੂੰ ਖੁਦ ਮੁਖਤਿਆਰੀ ਦਿੱਤੀ ਹੈ, ਇਹ ਚੁਣਨ ਦੀ ਮੈਨੂੰ ਹੱਕ ਦਿੱਤਾ ਹੈ ਕਿ ਮੈਂ 6 ਮਹੀਨੇ ਕਿਹੜੇ ਵਾਲੇ ਖੂਬਸੂਰਤ ਰਹਾਂ ਤੇ ਕਿਹੜੇ ਵਾਲੇ ਉਹ ਰਹਾਂ। ਤੇ ਹੁਣ ਮੈਂ ਤੈਨੂੰ ਦੱਸਦੀ ਹਾਂ ਕਿ ਮੈਂ ਅੱਜ ਤੋਂ ਬਾਅਦ ਤੇਰੇ ਵਾਸਤੇ ਹਮੇਸ਼ਾ ਹੀ ਖੂਬਸੂਰਤ ਰਹਾਂਗੀ, ਮੈਂ ਕਦੇ ਵੀ ਚੁੜੈਲ ਦੇ ਰੂਪ 'ਚ ਨਹੀਂ ਆਉਂਗੀ। ਸੋ ਮੈਂ ਉਹਨਾਂ ਵਾਸਤੇ ਚੁੜੈਲ ਦਾ ਰੂਪ ਨਹੀਂ ਲੈ ਸਕੀ ਕਦੇ ਵੀ, ਬਿਕੋਜ਼ ਉਹ ਇੰਨੇ ਖੂਬਸੂਰਤ ਨੇ ਔਰ ਇੰਨੇ ਉਹਨਾਂ ਨੇ ਮੈਨੂੰ ਖੁਦ ਮੁਖਤਿਆਰੀ ਦਿੱਤੀ ਹੈ ਫੈਸਲੇ ਲੈਣ ਦੀ, ਕਿ ਜਿਹੜਾ ਫੈਸਲਾ ਮੈਂ ਕਰ ਲਿਆ ਉਹਨਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਜੀ। ਔਰ ਇਹ ਸਪੋਰਟ ਦੇ ਨਾਲ ਹੀ ਮੈਂ ਖੜੀ ਹਾਂ ਜੇ ਮੈਂ ਕੁਛ ਹੈਗੀ ਹਾਂ। ਤੁਹਾਡੀ ਜਿਹੜੀ ਸਪੋਰਟ ਹੈ ਨਾ, ਮੋਰਲ ਸਪੋਰਟ, ਉਹ ਸਟੂਡੈਂਟਸ ਨੂੰ ਵੀ ਰਹੀ, ਸਮਾਜ ਨੂੰ ਵੀ ਰਹੀ। ਜਿੱਥੇ ਤੁਹਾਡੀ ਜ਼ਿੰਮੇਵਾਰੀ ਇਹ ਬਣ ਜਾਂਦੀ ਹੈ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਤੁਸੀਂ ਉਹਦੇ ਜਿਊਰੀ ਦੇ ਵਿੱਚ ਬੈਠਦੇ ਹੋ, ਉੱਥੇ ਕਿਹੋ ਜਿਹੇ ਫੈਸਲੇ ਹੁੰਦੇ ਆ, ਕੀ ਜ਼ਰੂਰਤ ਪੈਂਦੀ ਹੈ ਕਿ ਮੰਜੂ ਅਰੋੜਾ ਹੋਈ ਉੱਥੇ ਵਧੀਆ ਕਰ ਸਕਦੇ ਆ? ਨਹੀਂ, ਇਸ ਤਰ੍ਹਾਂ ਨਹੀਂ ਕਿ ਮੰਜੂ ਅਰੋੜਾ ਦੀ ਲੋੜ ਹੁੰਦੀ ਹੈ, ਹੋਰ ਵੀ ਬਹੁਤ ਸਾਰੇ ਮੈਂਬਰਸ ਹੁੰਦੇ ਆ। ਇੱਕ ਉਹਦੇ 'ਚ ਮੈਂਬਰ ਜਿਹੜਾ ਹੁੰਦਾ ਉਹ ਸੁਸਾਇਟੀ 'ਚੋਂ ਸੋਸ਼ਲ ਵਰਕਰ ਹੁੰਦਾ, ਇੱਕ ਜੱਜ ਸਾਹਿਬ ਆਪ ਹੁੰਦੇ ਨੇ ਤੇ ਇੱਕ ਵਕੀਲ ਸਾਹਿਬ ਹੁੰਦੇ ਨੇ ਨਾਲ। ਤਾਂ ਜਿਹੜੇ ਸੋਸ਼ਲ ਵਰਕਰ ਵਾਲੇ ਉਹਦੇ 'ਚ ਡਿਸਟ੍ਰਿਕਟ ਦੇ ਵਿੱਚੋਂ ਜਦੋਂ ਮੈਂਬਰ ਚੁਣੇ ਗਏ ਤਾਂ ਉਹਨਾਂ ਨੇ ਮੇਰਾ ਨਾਂ ਕਿਸ ਕਰਕੇ ਚੁਣਿਆ ਉਹਨਾਂ ਨੂੰ ਬਿਹਤਰ ਪਤਾ ਹੋਏਗਾ। ਪਰ ਉੱਥੇ ਜਿਹੜੇ ਫੈਸਲੇ ਹੁੰਦੇ ਨੇ ਲੋਕ ਅਦਾਲਤ 'ਚ, ਉੱਥੇ ਤਾਂ ਮੇਨਲੀ ਕੰਪਰੋਮਾਈਜ਼ਸ ਹੀ ਹੁੰਦੇ ਆ ਜੀ ਜੀ। ਤੇ ਉਹਦੇ 'ਚ ਇਹ ਹੁੰਦਾ ਕਿ ਲੋਕ ਅਦਾਲਤ ਦੇ ਵਿੱਚ ਫੈਸਲਾ ਕਰਨ ਦਾ ਜਨਤਾ ਨੂੰ ਫਾਇਦਾ ਰਹਿੰਦਾ ਕਿ ਜੇ ਕੰਮ ਨੂੰ ਨਜਿੱਠ ਲਿਆ ਜਾਵੇ, ਕਿਉਂਕਿ ਲੜਾਈ ਤੇ ਲੱਸੀ ਤਾਂ ਜਿੰਨੀ ਮਰਜ਼ੀ ਵਧਾ ਲਓ। ਤੇ ਲੋਕ ਅਦਾਲਤ ਦੇ ਵਿੱਚ ਜਦੋਂ ਆਪਾਂ ਫੈਸਲਾ ਕਰਨ ਪਹੁੰਚਦੇ ਹਾਂ ਤੇ ਉੱਥੇ ਇੱਕ ਤਾਂ ਕੋਰਟ ਫੀਸ ਮਾਫ ਹੋ ਜਾਂਦੀ ਹੈ, ਦੂਸਰਾ ਇਹ ਹੈ ਕਿ ਜੱਜ ਸਾਹਿਬ ਦੇ ਔਰ ਸਾਡੇ ਵਿੱਚ ਪੈਣ ਨਾਲ ਥੋੜੀ ਜਿਹੀ ਕਾਉਂਸਲਿੰਗ ਕਰਨ ਦੇ ਨਾਲ ਦੋ ਧਿਰਾਂ ਨੂੰ ਸਕੂਨ ਮਿਲਦਾ, ਕਿਉਂਕਿ ਜਦੋਂ ਝਗੜਾ ਮੁੱਕ ਜਾਂਦਾ ਫਿਰ ਸਕੂਨ ਆ ਜਾਂਦਾ ਤੇ ਸਕੂਨ ਹੀ ਸਭ ਤੋਂ ਵੱਡੀ ਚੀਜ਼ ਹੈ। ਇੱਕ ਮੈਂ ਇਹ ਚੀਜ਼ ਬਹੁਤ ਮਹਿਸੂਸ ਕੀਤੀ ਹੈ ਕਿ ਜਿਹੜਾ ਲੜਾਈ ਝਗੜਾ ਹੈ ਨਾ, ਜੇ ਉਦੋਂ ਜਦੋਂ ਲੜਾਈ ਹੁੰਦੀ ਹੈ ਆਪਣੀ ਕਿਸੇ ਨਾਲ, ਉਦੋਂ ਥੋੜਾ ਜਿਹਾ ਹੋਰਾਈਜ਼ਨ ਨੂੰ ਵੱਡਾ ਕਰੋ, ਆਪਣੀ ਸੋਚ ਨੂੰ ਥੋੜੀ ਦੂਰ ਤੱਕ ਲੈ ਜਾਓ ਕਿ ਆਉਣ ਵਾਲੇ 5 ਸਾਲਾਂ 'ਚ ਕਿੰਨੀ ਕੁ ਮੈਟਰ ਕਰੂਗੀ ਸਾਡੇ ਲਈ ਲੜਾਈ, ਜਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹਦੇ 'ਚ ਕੀ ਕੱਢਣਾ ਪਾਉਣਾ ਆਪਾਂ। ਕਈ ਵਾਰੀ ਆਪਾਂ ਉਹੀ ਖਹਿ ਪੈਂਦੇ ਹਾਂ। ਖੈਰ ਆਪਣੇ ਤਾਂ ਖੈਰ ਮਾਨਸਾ ਦਾ ਤਾਂ ਆਪਣਾ ਤੁਹਾਨੂੰ ਪਤਾ ਹੀ ਹੈ, ਸਿੱਧੂ ਸਾਹਿਬ ਆਪਾਂ ਤਾਂ ਉਹ ਵੀ ਖਹਿ ਪੈਂਦੇ ਹਾਂ। ਹਾਂ, ਮੌਕਾ ਭਾਲਦਾ ਨਾ ਮਾਨਸਾ। ਪਰ ਮੈਂ ਆਪਦੇ ਆਪ ਨੂੰ ਬਹੁਤ ਸੁਧਾਰਿਆ ਔਰ ਮੈਂ ਹਮੇਸ਼ਾ ਹੀ ਜਦੋਂ ਮੇਰਾ ਕਿਸੇ ਨਾਲ ਵੀ ਕੋਈ ਕਿਸੇ ਕਿਸਮ ਦਾ ਕੋਈ ਕਨਫਲਿਕਟ ਹੋ ਜਾਏ ਤਾਂ ਉਹਦੇ 'ਚ ਮੈਂ ਹਮੇਸ਼ਾ ਇਹ ਸੋਚਦੀ ਹਾਂ, ਹਾਊ ਇਜ਼ ਹੀ ਗੋਇੰਗ ਟੂ ਮੈਟਰ ਇਨ ਮਾਈ ਲਾਈਫ। ਮੈਂ ਇਹ ਸੋਚਣ ਤੋਂ ਬਾਅਦ ਉਦੋਂ ਬਾਅਦ ਆਪਾਂ ਜਾਂ ਤਾਂ ਡਿਲੀਟ ਮਾਰ ਦਈਦਾ ਤੇ ਜਾਂ ਫਿਰ ਮਾਫ ਕਰ ਦਈਦਾ ਕਿ ਠੀਕ ਹੈ ਡਨ। ਲੜਾਈ ਨੂੰ ਵਧਾਉਣ ਦਾ ਕੋਈ ਫਾਇਦਾ ਨਹੀਂ। ਇਹ ਚੀਜ਼ ਮੈਂ ਦੇਖੀ ਹੈ ਜਦੋਂ ਲੋਕ ਲੜਦੇ ਹੋਏ ਸਾਡੇ ਕੋਲ ਅਦਾਲਤਾਂ 'ਚ ਆਉਂਦੇ ਨੇ। CPRC ਦੀ ਮੈਂਬਰ ਆ ਮੈਂ ਇੱਥੇ ਪਿਛਲੇ 12 ਸਾਲ ਤੋਂ ਪਟਿਆਲੇ ਜ਼ਿਲ੍ਹੇ ਦੀ। ਉੱਥੇ ਵੀ ਮੀਆਂ ਬੀਵੀ ਦੀਆਂ ਲੜਾਈਆਂ ਹੁੰਦੀਆਂ ਨੇ। ਜਦੋਂ ਲੜਦੇ ਨੇ ਆ ਕੇ ਤੇ ਮੈਂ ਕਈ ਵਾਰ ਤਾਂ ਅੰਦਰੋਂ ਮੁਸਕਰਾ ਰਹੀ ਹੁੰਦੀ ਹਾਂ। ਗੱਲ ਇੰਨੀ ਛੋਟੀ ਹੁੰਦੀ ਹੈ, ਗੱਲ ਕੁਛ ਵੀ ਨਹੀਂ ਹੁੰਦੀ, ਪਰ ਉਹ ਇੰਨੀ ਕੁ ਲੱਸੀ ਵਿੱਚ ਪਾ ਕੇ ਲਿਆਉਂਦੇ ਨੇ ਜੀ। ਔਰ ਪਰ ਉਹਨਾਂ ਨੂੰ ਧਿਆਨ ਨਾਲ ਸੁਣ ਲਈਦਾ। ਪਹਿਲਾਂ ਤਾਂ ਅੱਧਾ ਘੰਟਾ ਪੌਣਾ ਘੰਟਾ ਉਹਨਾਂ ਦੀਆਂ ਗੱਲਾਂ ਸੁਣੀ ਜਾਈਦੀਆਂ, ਮਗਰੋਂ ਫਿਰ ਜਦੋਂ ਉਹਨਾਂ ਨੂੰ ਸਮ ਅਪ ਕਰੀਦਾ ਤੇ ਉਹਨਾਂ ਨੂੰ ਦੱਸੀਦਾ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਦੱਸੀਦਾ ਵੀ ਗੱਲ ਤਾਂ ਤੁਹਾਡੀ ਕੁਛ ਨਹੀਂ ਹੈਗੀ, ਸ਼ੀਸ਼ਾ ਉਹਨਾਂ ਦੇ ਸਾਹਮਣੇ ਲਿਆਈਦਾ ਜੀ ਕਿ ਗੱਲ ਕੁਛ ਨਹੀਂ। ਉਹਦੇ ਨਾਲ ਬੱਚਿਆਂ ਦਾ ਫਿਊਚਰ ਸੇਫ ਹੋ ਜਾਂਦਾ। ਜਿੱਥੇ ਕੋਈ ਬੱਚਾ ਪੈਦਾ ਹੋ ਚੁੱਕਾ ਹੁੰਦਾ ਹੈ ਕਿਸੇ ਕਪਲ ਦਾ, ਉੱਥੇ ਅਸੀਂ ਖਾਸ ਤੌਰ ਤੇ ਜ਼ੋਰ ਪਾਉਂਦੇ ਹਾਂ। ਖਾਸ ਤੌਰ ਤੇ ਅਸੀਂ ਉਹਨਾਂ ਦੀ ਕਾਉਂਸਲਿੰਗ ਤੇ ਟਾਈਮ ਵੀ ਲਾਉਂਦੇ ਹਾਂ ਕਿ ਵੀ ਇਹ ਹੁਣ ਜੇ ਬੱਚੇ ਦਾ ਫਿਊਚਰ ਇਹਦੇ 'ਚ ਇਨਵੋਲਵਡ ਹੈ ਤੇ ਹੁਣ ਇਹ ਨਾ ਲੜਨ ਤਾਂ ਚੰਗੀ ਗੱਲ ਹੈ, ਕਿਉਂਕਿ ਬੱਚੇ ਦੇ ਸੰਸਕਾਰਾਂ 'ਤੇ ਵੀ ਫਰਕ ਪੈਂਦਾ। ਜੇ ਮਾਂ ਬਾਪ ਹੀ ਆਪਸ 'ਚ ਲੜੀ ਜਾਂਦੇ ਆ ਤਾਂ ਬੱਚੇ ਫਿਰ ਤੁਹਾਡੀ ਗੱਲ ਨਹੀਂ ਮੰਨਦੇ। ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਜਾਂ ਤਾਂ ਪਿਓ ਦੀ ਕਰ ਲਓ, ਚਮਚੀ ਮਾਰ ਲਓ, ਜਾਂ ਮਾਂ ਨੂੰ ਵਸ 'ਚ ਕਰ ਲਓ ਤੇ ਪਾਪਾ ਦਾ ਨਾਮ ਲੈ ਕੇ। ਤੇ ਉਹਦੇ ਨਾਲ ਕੀ ਹੈ ਕਿ ਬੱਚੇ ਵਿਗੜ ਜਾਂਦੇ ਨੇ ਔਰ ਬੱਚਿਆਂ ਦਾ ਟੋਟਲ ਫਿਊਚਰ ਜਿਹੜਾ ਹੈ ਉਹ ਖਰਾਬ ਹੋ ਜਾਂਦਾ। ਸੋ ਇਸ ਕਰਕੇ ਮੇਰੀ ਕਪਲਸ ਨੂੰ ਤਾਂ ਬਿਲਕੁਲ ਹੀ ਐਡਵਾਈਸ ਹੈਗੀ ਯੰਗ ਕਪਲਸ ਨੂੰ ਕਿ ਛੋਟੀਆਂ-ਛੋਟੀਆਂ ਲੜਾਈਆਂ ਨੂੰ ਵਧਾਈ ਦਾ ਨਹੀਂ ਹੁੰਦਾ। ਇੱਕ ਗਰਮ ਤੇ ਦੂਜਾ ਨਰਮ, ਇਹ ਅਸੂਲ ਰੱਖੋ। ਦੋਵੇਂ ਐਟ ਏ ਟਾਈਮ ਗਰਮ ਨਹੀਂ ਹੋਣੇ ਚਾਹੀਦੇ। ਜੇ ਹਸਬੈਂਡ ਇਸ ਵੇਲੇ ਗੁੱਸੇ 'ਚ ਹੈ ਜਾਂ ਨਾਰਾਜ਼ ਹੈ ਤਾਂ ਲੇਡੀ ਉਸ ਵੇਲੇ ਚੁੱਪ ਕਰ ਜਾਏ। ਲੇਟਰ ਔਨ ਤਰੀਕੇ ਦੇ ਨਾਲ ਤਾਨਾ ਮਾਰ ਕੇ ਵੀ ਗੱਲ ਕਹੀ ਜਾ ਸਕਦੀ ਹੈ। ਗੱਲ ਤਾਂ ਕਹਿ ਕੇ ਹੀ ਹਟਣੀ ਹੈ ਆਪਾਂ ਨੇ, ਕੋਈ ਗੱਲ ਨਹੀਂ ਕਹਿਣੀ ਹੈ, ਪਰ ਤਰੀਕੇ ਨਾਲ। ਜੀ ਹਾਂ, ਪਰ ਤਰੀਕੇ ਨਾਲ। ਇਹ ਨਹੀਂ ਵੀ ਅਗਲਾ ਬਾਹਰੋਂ ਆਇਆ ਜੇ ਉਹਨੇ ਦੋ ਗੱਲਾਂ ਕਹਿਤੀਆਂ ਤੇ ਰੋਟੀ ਖਾਣ ਲੱਗਿਆ, ਜਾਂ ਤੁਸੀਂ ਬਾਹਰੋਂ ਆਏ ਹੋ ਹਸਬੈਂਡ ਵੀ ਕਿਉਂ ਬੋਲੇ, ਜੇ ਤੁਸੀਂ ਖਾਣਾ ਖਾਣ ਲੱਗੇ ਹੋ ਹਸਬੈਂਡ ਵੀ ਕਿਉਂ ਬੋਲੇ। ਹਸਬੈਂਡਸ ਵੀ ਕਈ ਵਾਰੀ ਬਹੁਤ ਜ਼ਿਆਦਤੀ ਕਰਦੇ ਨੇ, ਕੁੜੀਆਂ ਵੀ ਜ਼ਿਆਦਤੀ ਕਰਦੀਆਂ ਨੇ। ਦੋਨੋਂ ਹੱਥਾਂ ਦੇ ਨਾਲ ਤਾੜੀ ਵੱਜਦੀ ਹੈ, ਅਸੀਂ ਦੇਖਿਆ। ਪਰ ਥੋੜ੍ਹੀ ਜਿਹੀ ਨਾ ਸਮਝੀ ਹੁੰਦੀ ਹੈ ਸ਼ੁਰੂ ਦੇ ਦਿਨਾਂ 'ਚ। ਜੇ ਉਹ ਨਾ ਸਮਝੀ ਨੂੰ ਛੱਡ ਕੇ ਤੇ ਬਾਕੀ ਹੁਣ ਤਾਂ ਪਰਿਵਾਰਾਂ ਦੀ ਇੰਟਰਫੀਅਰੈਂਸ ਵੀ ਬਹੁਤ ਘੱਟ ਗਈ। ਅੱਗੇ ਪਰਿਵਾਰਾਂ ਦੀ ਬਹੁਤ ਇੰਟਰਫੀਅਰੈਂਸ ਹੁੰਦੀ ਸੀਗੀ, ਸੱਸਾਂ ਨਾਨਾਂ ਦੀ ਬਹੁਤ ਇੰਟਰਫੀਅਰੈਂਸ ਹੁੰਦੀ ਸੀ। ਹੁਣ ਤਾਂ ਮੁੰਡੇ ਵੀ ਬਹੁਤ ਸਿਆਣੇ ਹੋ ਗਏ। ਮੁੰਡੇ ਵੀ ਵੋਟੀਆਂ ਨੂੰ ਪੂਰਾ ਐ ਪਲੋਸ ਕੇ ਰੱਖਦੇ ਨੇ, ਕੋਈ ਇਹੋ ਜਿਹੀ ਗੱਲ ਹੈ ਨਹੀਂ ਗੀ। ਤੇ ਅਨਲੈਸ ਕਿ ਨਸ਼ੇੜੀ ਹੋਏ ਬੱਚਾ, ਜਿਹੜੀ ਕਿ ਪੰਜਾਬ ਦੇ ਵਿੱਚ ਪਿੱਛੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਕਿ ਹੁਣ ਬੱਚਾ ਹੀ ਨਸ਼ਾ ਕਰਦਾ ਹੈ, ਲੜਕਾ ਨਸ਼ਾ ਕਰਦਾ ਹੈ ਤਾਂ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ। ਉਹਨੂੰ ਵਿਆਹ ਤਾਂ ਮਾਂ ਪਿਓ ਨੇ ਪਹਿਲਾਂ ਨਹੀਂ ਦੇਖਿਆ। ਹੁਣ ਜਿਹੜਾ ਅੱਜ ਕੱਲ੍ਹ ਲੇਟੈਸਟ ਸਾਡੇ ਕੋਲ ਕੇਸਿਸ ਆ ਰਹੇ ਨੇ, ਉਹ ਇਹ ਜਿਹੜੇ ਵੀ ਉਹ ਬਾਹਰ ਜਾਣ ਦੇ ਚੱਕਰ 'ਚ ਵਿਆਹ ਕਰਾ ਲੈਂਦੇ ਨੇ, ਉਹ ਬਹੁਤ ਜ਼ਿਆਦਾ ਵੱਧ ਗਏ ਨੇ ਕੇਸਿਸ।
ਕਿ ਕੁੜੀ ਦੇ ਨਾਲ ਇਹ ਆਪਸ Deal ਵਿੱਚ ਹੈ। ਫੈਸਲਾ ਹੋ ਗਿਆ ਜੀ, ਬਿਲਕੁਲ। ਕਿ ਬਈ ਵਿਆਹ ਕਰਾਵਾਂਗੇ, ਤੂੰ ਜਾਏਂਗੀ ਪਹਿਲਾਂ ਬਾਹਰ, ਕਿਉਂਕਿ ਆਇਲਸ ਜਿਹੜੀ ਕੁੜੀ ਨੇ ਪਹਿਲਾਂ ਕਰ ਲੈਣੀ ਹੈ, ਸਹੀ। ਉਹ ਚਲੀ ਗਈ ਬਾਹਰ, ਤੇ ਉਦੋਂ ਬਾਅਦ ਉਹਨੇ ਮੁੰਡੇ ਨੂੰ ਬੁਲਾਉਣਾ ਹੁੰਦਾ ਹੈ। ਉਹ ਉੱਥੇ ਜਾ ਕੇ ਕੋਈ ਉਹਦਾ ਹੋਰ ਸਿਸਟਮ ਫਿੱਟ ਹੋ ਜਾਂਦਾ ਹੈ, ਸਹੀ। ਉਹ ਮੁੰਡੇ ਨੂੰ ਬੁਲਾਉਂਦੀ ਨਹੀਂ, ਮੁੰਡਾ ਵਿਚਾਰਾ ਇੱਥੇ ਰੋਣ ਜੋਗਾ ਨਾ ਹੱਸਣ ਜੋਗਾ, ਠੀਕ ਹੈ ਨਾ। ਸਿਮਿਲਰਲੀ ਜੇ ਲੜਕੀ ਹੋ ਜਾਂਦੀ ਹੈ, ਇੱਥੇ ਰਹਿ ਜਾਂਦੀ ਹੈ, ਮੁੰਡਾ ਉੱਥੇ ਚਲੇ ਗਿਆ, ਉਸ ਕੰਪਰੋਮਾਈਜ਼ 'ਚ ਵੀ ਲੜਕੀ ਨਾ ਵਿਆਹਿਆਂ 'ਚੋਂ ਨਾ ਕੁਆਰਿਆਂ 'ਚੋਂ, ਸਹੀ। ਨਾ ਉਹਨੂੰ ਡਿਵੋਰਸ ਮਿਲੇ, ਕਿਉਂਕਿ ਲੜਕਾ ਉੱਥੇ ਚਲਾ ਗਿਆ, ਉਹਨੇ ਆਉਣਾ ਨਹੀਂ, ਉਹਨੇ ਡਿਵੋਰਸ ਦੇਣਾ ਨਹੀਂ। ਅੱਜ ਕੱਲ੍ਹ ਸਾਡੇ ਜਿਹੜੇ IG ਸਾਹਿਬ ਦੇਖ ਰਹੇ ਨੇ, ਰਾਏ ਸਾਹਿਬ, ਸ਼੍ਰੀ AS ਰਾਏ ਸਾਹਿਬ, ਜੀ। ਉਹਨਾਂ ਨੇ ਇਹਦੇ 'ਚ ਬਹੁਤ ਸੁਧਾਰ ਲਿਆਂਦਾ ਹੈ, ਬਹੁਤ ਹੀ ਇਹਨਾਂ ਨੇ ਇਹਨਾਂ 'ਚ ਕਦਮ ਚੁੱਕੇ ਨੇ। ਉਹਦੇ 'ਚ ਉਹਨਾਂ ਨੇ ਇਹ ਕਰ ਦਿੱਤਾ ਹੈਗਾ ਕਿ ਜਿਹੜਾ ਉਹ ਜਦੋਂ ਹੀ ਏਅਰਪੋਰਟ ਤੇ ਆਏਗਾ ਕਦੇ ਇੰਡੀਆ ਦੇ ਵਿੱਚ ਲੜਕੀ ਜਾਂ ਲੜਕਾ, ਉਦੋਂ ਉਹਨਾਂ ਤੇ FIR ਪਹਿਲਾਂ ਹੋਈ ਹੁੰਦੀ ਹੈ, ਤੇ ਆਉਂਦੇ ਹੀ ਉਹ ਉਹਨਾਂ ਨੂੰ ਫੜ ਕੇ ਤੇ ਕੁਛ ਨਾ ਕੁਛ ਉਹਨਾਂ ਦਾ ਬਣ ਜਾਂਦਾ ਹੈ। ਅਦਰਵਾਈਜ਼ ਤਾਂ ਕਲਕਲੇਸ਼ ਹੀ ਰਹਿ ਜਾਂਦਾ ਹੈ। ਸਹੀ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹੋ ਜਿਹੇ ਮਾਮਲਿਆਂ 'ਚ ਸਿੱਧੂ ਸਾਹਿਬ ਵੀ ਮਾਂ ਪਿਓ ਨੂੰ ਦੋ ਗੱਲਾਂ ਮਿਕਸ ਨਹੀਂ ਕਰਨੀਆਂ ਚਾਹੀਦੀਆਂ। ਇਹ ਨਹੀਂ ਵੀ ਇੱਕ ਪਾਸੇ ਤਾਂ ਤੁਸੀਂ ਬੱਚੇ ਦਾ ਵਿਆਹ ਵੀ ਸੈੱਟ ਕਰ ਲਿਆ, ਦੂਜੇ ਪਾਸੇ ਤੁਸੀਂ ਸੋਚ ਰਹੇ ਹੋ ਬੱਚੇ ਦਾ ਫਿਊਚਰ ਵੀ ਸੈੱਟ ਹੋ ਜਾਊਗਾ। ਦੋ ਕੰਮ ਇਕੱਠੇ ਨਹੀਂ ਹੋਇਆ ਕਰਦੇ। ਲਾਲਚ ਨਹੀਂ ਕਰਨਾ ਚਾਹੀਦਾ। ਵਿਆਹ ਇੱਕ ਅੱਡ ਚੀਜ਼ ਹੈ, ਉਹਨੂੰ ਅੱਡ ਹੀ ਰਹਿਣ ਦਿਓ। ਜਿਹੜਾ ਬੱਚੇ ਦਾ ਕਰੀਅਰ ਹੈ, ਉਹਨੂੰ ਬੱਚੇ ਦੇ ਆਪਦੇ ਪੈਰਾਂ ਤੇ ਖੜਾ ਹੋਣਾ ਚਾਹੀਦਾ। ਦੂਜੇ ਦੇ ਸਹਾਰੇ ਤਾਂ ਫਿਰ ਇਹੋ ਜਿਹੇ ਕੰਮ ਹੀ ਹੁੰਦੇ ਨੇ। ਬਿਲਕੁਲ, ਆਹ ਗੱਲ ਤਾਂ ਬੜੀ ਵਧੀਆ ਹੈ ਤੁਹਾਡੀ, ਔਰ ਜ਼ਰੂਰੀ ਵੀ ਹੈ ਮੇਰੇ ਖਿਆਲ 'ਚ ਇਹਨੂੰ, ਹੈ ਨਾ। ਤੇ ਡਾਕਟਰ ਸਾਹਿਬ, ਹੋਰ ਐਕਟੀਵਿਟੀ ਕੀ ਚੱਲ ਰਹੀਆਂ ਅੱਜ ਕੱਲ੍ਹ? ਹੋਰ ਮੈਂ ਕੀ ਕਰਾਂ ਤੇ ਕੀ ਛੱਡਾਂ, ਮੈਨੂੰ ਇੰਨੇ ਸਾਰੇ ਸ਼ੌਕ ਨੇ। ਮੈਂ ਹੁਣੇ ਰਿਟਾਇਰ ਹੋਈ ਹਾਂ ਅਜੇ 31 ਜੁਲਾਈ ਨੂੰ, ਹਾਲੇ ਤਾਂ ਮੈਨੂੰ ਜੁਮਾ 15 ਦਿਨ ਵੀ ਨਹੀਂ ਹੋਏ ਰਿਟਾਇਰ ਹੋਈ ਨੂੰ, ਤੇ ਮੇਰੇ ਅੱਗੇ ਪੂਰੀ ਦੁਨੀਆ ਖੁੱਲੀ ਪਈ ਹੈ। ਮੇਰਾ ਕੁਝ ਵੀ ਕਰਨ ਨੂੰ ਦਿਲ ਕਰਦਾ ਹੈ। ਮੈਨੂੰ ਡਾਂਸ ਦਾ ਸ਼ੌਕ ਹੈ, ਗਿੱਧਾ ਪਾਉਣ ਦਾ, ਮੈਨੂੰ ਬੋਲੀਆਂ ਪਾਉਣ ਦਾ ਸ਼ੌਕ ਹੈ, ਮੈਨੂੰ ਗਾਣੇ ਗਾਉਣ ਦਾ ਸ਼ੌਕ ਹੈ ਪੰਜਾਬੀ ਦੇ, ਮੈਨੂੰ ਕਿਤਾਬਾਂ ਲਿਖਣ ਦਾ ਸ਼ੌਕ ਹੈ, ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਬਹੁਤ ਜ਼ਿਆਦਾ, ਤੇ ਘੁੰਮਣ ਦਾ ਸ਼ੌਕ ਤਾਂ ਸਾਨੂੰ ਦੋਨਾਂ ਨੂੰ ਬਹੁਤ ਜ਼ਬਰਦਸਤ ਹੈ, ਮੈਨੂੰ ਤੇ ਮੇਰੇ ਹਸਬੈਂਡ ਨੂੰ। ਅਸੀਂ ਕਈ ਵਾਰੀ ਬੈਠੇ ਬੈਠੇ ਜਿਵੇਂ ਸ਼ਾਮ ਨੂੰ ਚਾਹ ਪੀਂਦੇ ਗੱਲ ਚੱਲੀ, ਤੇ ਮੈਂ ਡਾਕਟਰ ਸਾਹਿਬ ਨੂੰ ਕਹਿਣਾ, ਡਾਕਟਰ ਸਾਹਿਬ ਐਂ ਲੱਗਦਾ ਵੀ ਜਿਵੇਂ ਨਾ ਪਹਾੜ 'ਤੇ ਚੱਕਰ ਜਿਹਾ ਮਾਰ ਕੇ ਆਈਏ, ਚਲੋ ਫਿਰ ਫਟਾਫਟ ਚਾਹ ਬਣਾਓ, ਆਪਾਂ ਚਾਹ ਪੀ ਕੇ ਚੱਲਦੇ ਹਾਂ। ਅਸੀਂ ਤੁਰ ਪੈਣਾ ਗੁਰਦੁਆਰਾ ਦੁਖਨਿਵਾਰਨ ਸਾਹਿਬ ਕੋਲ ਜਾਂਦੇ ਜਾਂਦੇ, ਸਾਡੇ ਘਰ ਤੋਂ 1 ਕਿਲੋਮੀਟਰ ਹੈ, ਤੇ ਜਾਂਦੇ ਜਾਂਦੇ ਸਾਡੀ ਸਲਾਹ ਜਿਹੜੀ ਹੈ 4 ਵਾਰੀ ਬਦਲ ਜਾਂਦੀ ਹੈ। ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਮੂਹਰੇ ਗੱਡੀ ਲਾ ਕੇ ਫਿਰ ਅਸੀਂ ਡਿਸਾਈਡ ਕਰਦੇ ਹਾਂ GPS ਖੋਲ੍ਹ ਕੇ ਵੀ ਕਿਹੜੀ ਸੜਕ 'ਤੇ ਰਸ਼ ਘੱਟ ਹੈ, ਅਸੀਂ ਉਹ ਸ਼ਹਿਰ ਦੇਖ ਕੇ ਆਵਾਂਗੇ ਅੱਜ। ਫਿਰ ਸਾਡਾ ਕੋਈ ਹੋਟਲ ਨਹੀਂ ਬੁੱਕ ਕਰਾਇਆ ਹੁੰਦਾ, ਕੁਛ ਨਹੀਂ ਕਰਾਇਆ ਹੁੰਦਾ, ਅਸੀਂ ਮਾਈਂਡ ਨਹੀਂ ਕਰਦੇ, ਅਸੀਂ ਆਪਣੀ ਸੀਟ ਪੁੱਲ ਕਰਕੇ ਵੀ ਪੈ ਜਾਈਏ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਤੇ ਡਰਾਈਵਿੰਗ ਦਾ ਬਹੁਤ ਸ਼ੌਕ ਹੈ ਮੈਨੂੰ, ਲੌਂਗ ਡਰਾਈਵਿੰਗ ਦਾ, 850, 900, 1000 ਕਿਲੋਮੀਟਰ ਐਟ ਅ ਟਾਈਮ ਡਰਾਈਵ ਕਰਨ ਦਾ, ਮਤਲਬ ਮਲਟੀਪਲ ਸ਼ੌਕ ਹੈ। ਤੇ ਉਹੀ ਗੱਲ ਹੈ ਕਿ ਜਿਵੇਂ ਲੋਕ ਕਹਿੰਦੇ ਆ ਨਾ ਕਿ ਦੂਸਰੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ, ਦੂਸਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ ਮੇਰੇ ਵਾਸਤੇ ਰਿਟਾਇਰਮੈਂਟ ਤੋਂ ਬਾਅਦ, ਤੇ ਮੈਨੂੰ ਲੱਗਦਾ ਮੈਂ ਇਹਦੇ 'ਚ ਬਹੁਤ ਇੰਜੋਏ ਕਰੂੰਗੀ। ਪਰ ਇਹਦੇ ਨਾਲ ਨਾਲ ਜਿਹੜੀ ਮੈਨੂੰ ਪੈਨਸ਼ਨ ਮਿਲਣੀ ਹੈ ਲੋਕਾਂ ਦੇ ਪੈਸਿਆਂ 'ਚੋਂ, ਮੈਂ ਉਹਨੂੰ ਸੁੱਚੀ ਜ਼ਰੂਰ ਕਰੂੰਗੀ। ਉਹ ਸਹੀ। ਮੈਂ ਜ਼ਰੂਰ ਕੋਈ ਐਸਾ ਕੰਮ ਕਰੂੰਗੀ ਨਾਲ ਨਾਲ, ਜਿਹੜੇ ਮੈਂ ਹੁਣ ਕਰ ਰਹੀ ਹਾਂ ਇਸ ਵੇਲੇ, ਕੋਈ ਕਾਉਂਸਲਿੰਗ ਦਾ ਕੰਮ ਹੈ, ਕੋਈ ਲੋਕ ਅਦਾਲਤ ਦਾ ਕੰਮ ਹੈ, ਜਾਂ ਕੋਈ ਹੋਰ ਸੋਸ਼ਲ NGOs ਦੇ ਨਾਲ ਮੈਂ ਜੁੜੀ ਹੋਈ ਹਾਂ, ਉਹਨਾਂ ਦੇ ਨਾਲ ਨਾਲ ਮੈਂ ਸੋਸ਼ਲ ਵਰਕ ਜ਼ਰੂਰ ਕਰੂੰਗੀ ਕੋਈ ਨਾ ਕੋਈ ਐਸਾ। ਜਾਂ ਪਤਾ ਨਹੀਂ ਰੱਬ ਮੇਰੇ ਸਾਹਮਣੇ ਕੀ ਲੈ ਕੇ ਆਊਗਾ। ਹਾਲੇ ਤਾਂ ਥੋੜ੍ਹੇ ਦਿਨ ਹੋਏ ਹੈ, ਮੈਂ ਅਰਦਾਸ ਲਾਈ ਹੈ ਉਹਦੀ ਕਚਹਿਰੀ 'ਚ ਵੀ ਮੇਰੇ ਤੋਂ ਕੋਈ ਵਧੀਆ ਜਿਹਾ ਕੰਮ ਕਰਾ ਲੈ ਜਿਹੜਾ ਮੇਰੇ ਲਾਇਕ ਹੋਵੇ। ਉਹ ਮੈਨੂੰ ਜ਼ਰੂਰ ਕੋਈ ਐਸਾ ਕੰਮ ਦੇਗਾ ਜਿਸ ਨਾਲ ਮੈਨੂੰ ਇੰਨੀ ਮੋਟੀ ਸਾਰੀ ਪੈਨਸ਼ਨ ਜਿਹੜੀ ਮਿਲਣੀ ਹੈ ਉਹਨੂੰ ਮੈਂ ਸੁੱਚੀ ਕਰ ਸਕਾਂ। ਇੱਕ ਸੋਹਣਾ ਜਿਹਾ ਗੀਤ ਵੀ ਸੁਣਾ ਦਿਓ ਫਿਰ। ਗੀਤ ਸਾਉਣ ਦਾ ਮਹੀਨਾ ਹੈ। ਬਿਲਕੁਲ, ਮੈਂ ਤਾਂ ਹੀ ਚੇਤੇ ਆ ਗਿਆ ਨਾ, ਮੈਨੂੰ ਲੱਗਦਾ ਸਾਉਣ ਦਾ ਮਹੀਨਾ ਹੈ, ਸਾਉਣ ਦੇ ਮਹੀਨੇ 'ਚ ਮੈਂ ਆਪਣੇ ਹਸਬੈਂਡ ਦੀ ਤੁਹਾਨੂੰ ਗੀਤ ਸੁਣਾਉਣੀ ਹੈ। ਸਹੀ। ਵਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ ਕੋਲ, ਵਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ, ਰਵੋ ਸਾਹਮਣੇ ਵੇ ਰਵੋ ਸਾਹਮਣੇ, ਚੰਨਾ ਵੇ ਮੂੰਹੋਂ ਬੋਲ ਪਾਵੇਂ ਨਾ ਬੋਲ, ਵਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ ਕੋਲ। ਵਗਦੀ ਰਾਵੀ ਵਿੱਚ ਸੁੱਟਾਂ ਮੈਂ ਗੰਢੇਰੀਆਂ, ਵਗਦੀ ਰਾਵੀ ਵਿੱਚ ਸੁੱਟਾਂ ਮੈਂ ਗੰਢੇਰੀਆਂ, ਇੱਕ ਵਾਰੀ ਕਹਿ ਦੇ ਟੋਲਾ ਤੇਰੀਆਂ ਮੈਂ ਤੇਰੀਆਂ, ਇੱਕ ਵਾਰੀ ਕਹਿ ਦੇ ਚੰਨਾ ਤੇਰੀਆਂ ਮੈਂ ਤੇਰੀਆਂ, ਵਸ ਵੇ ਢੋਲਾ
ਤੂੰ ਅੱਖੀਆਂ ਦੇ ਕੋਲ ਕੋਲ ਵਸ ਵੇ ਢੋਲਾ, ਤੂੰ ਅੱਖੀਆਂ ਦੇ ਕੋਲ ਕੋਲ। ਵਗਦੀ ਏ ਰਾਵੀ ਵਿੱਚ ਸੁੱਟਾਂ ਮੈਂ ਰੁਮਾਲ ਵੇ, ਵਗਦੀ ਏ ਰਾਵੀ ਵਿੱਚ ਸੁੱਟਾਂ ਮੈਂ ਰੁਮਾਲ ਵੇ। ਇਹੋ ਦਿਲ ਚਾਹੁੰਦਾ ਸਦਾ ਰਵਾਂ ਤੇਰੇ ਨਾਲ ਵੇ, ਇਹੋ ਦਿਲ ਚਾਹੁੰਦਾ ਸਦਾ ਰਵਾਂ ਤੇਰੇ ਨਾਲ ਵੇ। ਵਸ ਵੇ ਢੋਲਾ, ਤੂੰ ਅੱਖੀਆਂ ਦੇ ਕੋਲ ਕੋਲ ਵਸ ਵੇ ਢੋਲਾ, ਤੂੰ ਅੱਖੀਆਂ ਦੇ ਕੋਲ ਕੋਲ। ਜਦੋਂ ਕਿਤੇ ਰੁੱਸੇ ਹੋਵੋਗੇ ਤੇ ਡਾਕਟਰ ਸਾਹਿਬ ਮਨਾਉਂਦੇ ਆ ਕਿ ਰੁੱਸਦੇ ਨਹੀਂ ਤੁਸੀਂ? ਨਾ ਮੈਂ ਰੁੱਸਾਂ ਤੇ ਨਾ ਮੈਨੂੰ ਕੋਈ ਰੁੱਸਦਾ ਪਸੰਦ ਆਉਂਦਾ। ਮੈਂ ਰੁੱਸੇ ਨੂੰ ਕਦੀ ਮਨਾਇਆ ਨਹੀਂ। ਜਿਹੜਾ ਰੁੱਸ ਗਿਆ ਆਪੇ ਮੰਨ ਜੂਗਾ 2 ਦਿਨ। ਡਾਕਟਰ ਸਾਹਿਬ ਤਾਂ ਕਦੀ ਰੁੱਸੇ ਹੀ ਨਹੀਂ। ਬੇਟਾ ਮੇਰਾ ਰੁੱਸ ਜਾਂਦਾ ਹੁੰਦਾ ਸੀ ਮੇਰੇ ਨਾਲ, ਫਿਰ ਉਹ ਝਿੜਕਾਂ ਹੀ ਖਾਂਦਾ ਸੀਗਾ। ਮੀਨਸ ਮੈਂ ਕਦੇ ਰੁੱਸੇ ਨੂੰ ਮਨਾਇਆ ਨਹੀਂ ਹੈਗਾ। ਮੇਰਾ ਇਹੀ ਡਾਇਲੋਗ ਹੁੰਦਾ ਸੀਗਾ ਆਪਣੇ ਮਾਨਸਾ ਵਾਲਿਆਂ ਨਾਲ ਵੀ ਬਹੁਤੇ ਡਰਾਮੇ ਨਾ ਕਰੋ ਸਿੱਧਾ। ਰੁੱਸਣ ਰਸਣ ਵਾਲਾ ਕੋਈ ਕੰਮ ਨਹੀਂ ਸੀ ਕਦੀ ਵੀ। ਜੀ, ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬੜੀਆਂ ਵਧੀਆ ਗੱਲਾਂ ਤੁਸੀਂ ਜਿਹੜੀਆਂ ਉਹ ਤਾਂ ਕਰੀਆਂ ਹੀ ਆ। ਜ਼ਿੰਦਗੀ ਵੀ ਬੜੀ ਵਧੀਆ ਜੀ ਰਹੇ ਹੋ, ਤੇ ਇੱਕ ਵਧੀਆ ਜਿਹਾ ਸੁਨੇਹਾ ਉਹਨਾਂ ਲੋਕਾਂ ਦੇ ਵਾਸਤੇ, ਉਹਨਾਂ ਕਪਲਸ ਦੇ ਵਾਸਤੇ, ਜਾਂ ਜਿਹੜੇ ਸਰਵਾਈਵਰ ਲੋਕ ਹੈ ਉਹਨਾਂ ਦੇ ਵਾਸਤੇ। ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਕਪਲਸ ਦੀ, ਜਿੱਥੋਂ ਤੱਕ ਸਿੱਧੂ ਸਾਹਿਬ ਨੇ ਗੱਲ ਪੁੱਛੀ ਹੈ, ਕਪਲ ਆਪਣੇ ਆਪ 'ਚ ਹੀ ਇੱਕ ਜੋੜੀ ਐਸੀ ਜਿਹਦੀ ਗੰਢ ਜਿਹੜੀ ਹੈ ਉਵੇਂ ਉਵੇਂ ਪੀढ़ी ਹੁੰਦੀ ਜਾਂਦੀ ਹੈ ਤੇ ਸਵਾਦ ਉਵੇਂ ਉਵੇਂ ਮਿੱਠਾ ਹੁੰਦਾ ਜਾਂਦਾ ਹੈ ਜਿਵੇਂ ਜਿਵੇਂ ਉਮਰ ਟੱਪਦੀ ਜਾਂਦੀ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਥੋੜ੍ਹੀ ਜਿਹੀ, ਮੈਨੂੰ ਡਿਸਕ ਦੀ ਪ੍ਰੋਬਲਮ ਸੀਗੀ ਤੇ ਮੈਂ ਐਕਸਰਸਾਈਜ਼ ਵਗੈਰਾ ਕਰਦੀ ਸੀ ਜਦੋਂ, ਤੇ ਮੇਰੇ ਹਸਬੈਂਡ ਨੇ ਮੈਨੂੰ ਹੈਲਪ ਕਰਨਾ, ਤੇ ਮੈਂ ਕਿਹਾ ਰੱਬ ਨੇ ਕਿੱਡੀ ਵਧੀਆ ਚੀਜ਼ ਬਣਾਈ ਹੈ ਵਿਆਹ। ਇਹ ਵਿਆਹ ਤੁਹਾਡੇ ਉਦੋਂ ਕੰਮ ਆਊਗਾ ਜਦੋਂ ਬੱਚੇ ਵੱਡੇ ਹੋ ਗਏ, ਤੁਸੀਂ ਇਕੱਲੇ ਰਹਿ ਗਏ, ਤੇ ਜਦੋਂ ਜੋੜੀਆਂ ਜਿਹੜੀਆਂ ਨੇ ਉਦੋਂ ਆਪਸ 'ਚ ਬਹਿ ਕੇ ਗੱਲਾਂ ਕਰਦੀਆਂ ਨੇ, ਆਪਸ 'ਚ ਸਾਂਝਾਂ ਪਾਉਂਦੀਆਂ ਨੇ। ਸੋ ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ, ਲੜਾਈਆਂ ਨੂੰ ਇੰਨਾ ਨਾ ਖਿੱਚੋ ਕਿ ਰਿਸ਼ਤਾ ਹੀ ਟੁੱਟ ਜਾਏ, ਇਕੱਠੇ ਰਹੋ ਹਮੇਸ਼ਾ। ਬਹੁਤ ਵਧੀਆ ਗੱਲ ਸੀ। ਥੈਂਕ ਯੂ ਸੋ। ਇਹ ਸਾਂਝਾਂ ਸਖਤ ਪਿਆਰ ਦੀਆਂ ਪਰ ਕੋਮਲ ਡੋਰੀ, ਜ਼ਿੱਦ ਨਾ ਕਰਵੇ ਦਿਲ ਨਹੀਂ ਮਿਲਦੇ ਮੱਲੋ ਜੋਰੀ। ਸੋ ਦਿਲ ਮਿਲਿਆਂ ਦੀਆਂ ਗੱਲਾਂ ਹੁੰਦੀਆਂ ਤੇ ਦਿਲ ਮਿਲਿਆਂ ਦੇ ਮੇਲੇ ਵੀ ਹੁੰਦੇ ਆ। ਤੇ ਅੱਜ ਵਾਲਾ ਮੇਲਾ ਜਿਹੜਾ ਡਾਕਟਰ ਮੰਜੂ ਅਰੋੜਾ ਹੋਰਾਂ ਨੇ ਜਿੱਤਿਆ ਹੋਇਆ, ਜ਼ਿੰਦਗੀ ਦਾ ਮੇਲਾ ਜਿਹੜਾ, ਔਰ ਇਸ ਮੇਲੇ ਦੇ ਵਿੱਚ ਮੇਲੀ ਬਣ ਕੇ ਬਹੁਤ ਸਾਰੇ ਲੋਕ ਆਉਂਦੇ ਆ। ਗੱਲ ਇਹ ਹੈ ਕਿ ਮੇਲਾ ਵਿਜੜਦਾ ਦੇਖਣਾ ਜਾਂ ਮੇਲਾ ਭਰਿਆ ਦੇਖਣਾ। ਅਸੀਂ ਫੇਰ ਮਿਲਾਂਗੇ ਇਸ ਭਰੇ